पाक। वाहिगुरु जी का खालसा वाहिगुरु जी की फतेह। जोत रूप हरे आप गुरु नानक कहायो, ताते अंगद भयो तत् स्यों तत् मिलायो। अंगद कृपा धार अमर सतगुर थर कियो, अमरदास अमृत छत्र गुरु रामै दियो। गुरु रामदास दर्शन परस कै मथुरा अमृत बैन। मूर्त पंच परमाण पुरख गुरु अर्जन भिखो नैन। धन जियो ते को जग में मुक्ते हर चित में युद्ध विचारै। देह अनित न नित रहै जस नाव चढ़े पव सागर तारै। धीरज धाम बयानाए यह तन बुद्ध सो दीपक ज्यों जियारै। ज्ञाने की बडनी मनो हाथ लै कातरता कुतवार बहार। न समर्थं न सेवकं न प्रीत परम परखोतमं। तो प्रसाद सिमरते नामं नानक कृपाल हर हर गुरु। मूक उचरै शास्त्र खट पिंग गिरन चढ़ जाय। अंध लखै बदरो सुनै जो काल कृपा कराय। सतनाम श्री वाहिगुरु साहिब जी। दिचै पूरब देवना जिस दी वस्त तिसै घर आवै। बैठा सोढी पातशाह रामदास सतगुरु कहावै। वाहिगुरु जी का खालसा वाहिगुरु जी की फतेह। परम सत्कारयोग सत्संगी गुरु खालसा जी सारे ही भैन भाई संगत के रूप में ਦੀਵਾਨ ਵਿੱਚ ਆਪਾਂ ਸੁਸ਼ੋਭਿਤ ਹਾਂ। ਕਿਸ ਪ੍ਰਯੋਜਨ ਵਾਸਤੇ ਇੱਥੇ ਬੈਠੇ ਹਾਂ? ਇਹ ਆਪਣਾ ਸਾਧ ਸੰਗਤ ਜੀ ਉਹ ਘਰ ਹੈ ਜਿੱਥੇ ਸੁਖ ਹੀ ਸੁਖ ਹੈ। ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ। ਜਿੰਨੇ ਆਪਣੇ ਗਿਰਸਤ ਦੇ ਦਾਇਰੇ ਵਿੱਚ ਪ੍ਰੇਮੀ ਰਹਿੰਦੇ ਹੈ ਉਹਨਾਂ ਨੂੰ ਪੁੱਛੋ ਘਰਾਂ 'ਚ ਰੋਜ਼ ਖੁਸ਼ੀਆਂ ਹੈ ਕਿਤੇ? ਕਦੇ ਦਿਨ ਸੋਗ ਦੇ ਆ ਜਾਂਦੇ, ਕਦੇ ਖੁਸ਼ੀਆਂ ਦੇ ਆ ਜਾਂਦੇ। ਲੇਕਿਨ ਆਹ ਜਿਹੜਾ ਘਰ ਹੈ ਇਹ ਬਾਬਾ ਨਾਨਕ ਜੀ ਦਾ ਘਰ ਹੈ। ਆਪਣਾ ਕੀ ਸੰਬੰਧ ਹੈ? ਆਪਾਂ ਗੁਰੂ ਸਾਹਿਬ ਦੇ ਪੁੱਤਰ ਧੀਆਂ ਹਾਂ। ਸੋ ਖਾਲਸਾ ਜੀ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ। ਅਕਾਲ ਪੁਰਖ ਅੰਤਰਜਾਮੀ ਵੱਲੋਂ ਇਹ ਜਿਹੜਾ ਸਾਧ ਸੰਗਤ ਘਰ ਹੈ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਇਸ ਦੇ ਮਾਲਕ ਹਨ। ਇਸ ਘਰ ਦੇ ਅੰਦਰ ਕਦੇ ਸੋਗ ਨਹੀਂ ਆਇਆ ਹੈ, ਨਿਤ ਨਵੀਆਂ ਖੁਸ਼ੀਆਂ ਹਨ। ਆ ਜੋ ਦੀਵਾਨ ਦਾ ਸਤਸੰਗ ਜੀ ਪ੍ਰਬੰਧ ਖਾਲਸੇ ਨੇ ਸਤਸੰਗ ਜੀ ਕੀਤਾ, ਇਕੱਤਰ ਹੋਏ ਹਾਂ। ਪਰਮ ਪ੍ਰਯੋਜਨ ਕੀ ਹੈ ਕਿ ਕਹਿੰਦੇ ਛੇਵੇਂ ਪਾਤਸ਼ਾਹ ਨੇ ਮੀਰੀ ਪਾਏ ਪੀਰੀ ਦੀਆਂ ਸੀਸ ਸ੍ਰੀ ਸਾਹਿਬਾਂ ਪਹਿਨੀਆਂ। ਸੋ ਪ੍ਰੇਮੀਓ ਜਿੱਥੇ ਆ ਮੇਰੇ ਸਰੀਰ ਨੂੰ ਤੁਸੀਂ ਵਹਾਇਆ ਹੈ ਇੱਥੇ ਬਖਤੇ ਬੈਠਦੇ ਹਨ। ਜਿੱਥੇ ਆਪ ਜੀ ਸੁਸ਼ੋਭਿਤ ਹੋ ਇੱਥੇ ਸਰੋਤੇ ਬੈਠਦੇ। ਔਰ ਬਖਤੇ ਸਤ ਸੰਗਤ ਜੀ ਉਹਨਾਂ ਦੀ ਵੈਰਾਈਟੀਆਂ ਕਿਹੜੀਆਂ ਹਨ? ਆਪਾਂ ਤੋਂ ਪਹਿਲਾਂ ਢਾਡੀਆਂ ਨੇ ਸਤ ਸੰਗਤ ਜੀ ਬਚਨ ਨਹੀਂ ਸੁਣਾਏ। ਇਹ ਕਿਹਦੀ ਕਿਰਪਾ ਹੈ? ਇਹ ਛੇਵੇਂ ਪਾਤਸ਼ਾਹ ਦੀ ਕਿਰਪਾ ਹੈ। ਪੰਜਵੇਂ ਪਾਤਸ਼ਾਹ ਤੱਕ ਗੁਰੂ ਘਰ ਦੇ ਅੰਦਰ ਕਦੇ ਨਹੀਂ ਸੀ ਢਾਡੀ ਸੁਣੇ ਬਈ ਢਾਡੀ ਵੀ ਸਾਡੇ ਦੀਵਾਨ 'ਚ ਲੱਗੇ ਹੋਏ ਨੇ ਕਿਤੇ। ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਰਚ ਕੇ ਖਾਲਸਾ ਜੀ ਅਬਦੁੱਲਾ ਤੇ ਨੱਥਾ ਦੋ ਢਾਡੀ ਰੱਖੇ ਜਿਹੜੇ ਕਿ ਸ਼ਾਮ ਦੇ ਟਾਈਮ ਦੀਵਾਨ ਦੇ ਵਿੱਚ ਸਤਸੰਗ ਜੀ ਗੁਰੂ ਕੇ ਸਿੱਖਾਂ ਨੂੰ 12 ਸੁਣਾਇਆ ਕਰਦੇ। ਨਾਲ ਹੀ 12 ਦੇ ਅੰਦਰ ਕੀ ਸਿਧਾਂਤ ਸੀ? ਵੀਰ ਰਸ ਭਰਦੇ ਸੀ। ਸ਼ਾਂਤ ਰਸ ਭਰ ਕੇ
ਤੁਸੀਂ ਕਿਸੇ ਨਾਲ ਜੰਗ ਨਹੀਂ ਕਰ ਸਕਦੇ। ਜਦੋਂ ਵੀਰ ਰਸ ਖਾਲਸੇ 'ਚ ਆਉਂਦਾ, ਉਸ ਵੇਲੇ ਖਾਲਸਾ ਯੁੱਧ ਨੂੰ ਤਿਆਰ ਬਰ ਤਿਆਰ ਹੁੰਦਾ ਹੈ। ਸੋ ਪ੍ਰੇਮੀਓ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਤੀਆਂ ਤੇ ਤਵੀਆਂ ਤੇ ਬੈਠ ਗਏ, ਪਰ ਸ਼ਾਂਤ ਰਸ ਵਿੱਚ ਕੋਈ ਫਰਕ ਤਾਂ ਨਹੀਂ ਪਿਆ ਹੈ। ਇੰਨਾ ਸੰਕਟ ਹੁੰਦਿਆਂ ਵੀ ਹਿਰਦਾ ਸ਼ਾਂਤ ਰਿਹਾ। ਮੀਆਂ ਮੀਰ ਵਰਗੇ ਜਿਹੜੇ ਮੁਸਲਮਾਨਾਂ ਦੇ ਪੀਰ ਸਦਾਉਂਦੇ ਸੀ, ਉਹਨਾਂ ਨੇ ਵੀ ਆ ਕੇ ਹੱਥ ਜੋੜੇ, ਮਹਾਰਾਜ ਸਾਨੂੰ ਕਹੋ, ਅਸੀਂ ਮਹਾਰਾਜ ਇਹਨੂੰ ਦੰਡ ਦਿੰਦੇ ਆ ਪਾਤਸ਼ਾਹ ਨੂੰ। ਮਹਾਰਾਜ ਕਹਿੰਦੇ ਸਾਡੇ ਖੇਲ ਵਿੱਚ ਤੁਸੀਂ ਦਖਲ ਨਹੀਂ ਦੇਣਾ ਹੈ। ਗੋਰਖਨਾਥ ਵਰਗੇ ਬੜੇ ਬੜੇ ਸਿੱਧ ਗੁਪਤ ਪ੍ਰਗਟ ਰਹਿਣ ਵਾਲੇ, ਉਹਨਾਂ ਨੇ ਵੀ ਆ ਕੇ ਬੇਨਤੀਆਂ ਕੀਤੀਆਂ, ਮਹਾਰਾਜ ਨੇ ਭਾਣਾ ਮੰਨਿਆ ਹੈ। ਸੋ ਸਾਧ ਸੰਗਤ ਜੀ, ਪੰਜ ਪਿਆਲੇ ਪੰਜ ਪੀਰ, ਛਠ ਪੀਰ ਬੈਠਾ ਗੁਰ ਭਾਰੀ। ਪੰਜ ਪਿਆਲੇ ਪੰਜ ਪੀਰ, ਗੁਰੂ ਅਰਜਨ ਦੇਵ ਜੀ ਤੱਕ ਪੰਜ ਪਾਤਸ਼ਾਹੀਆਂ। ਲੇਕਿਨ ਉਹਨਾਂ ਨੇ ਆਪਾਂ ਨੂੰ ਕੀ ਪਿਆਇਆ ਖਾਲਸਾ ਜੀ? ਪੰਜ ਪਿਆਲੇ ਰੱਖੇ ਉਹਨਾਂ ਨੇ ਪੀਣ ਵਾਸਤੇ ਬਾਟੇ। ਸਤ, ਸੰਤੋਖ, ਦਇਆ, ਧਰਮ, ਆਤਮ ਵਿਚਾਰ। ਇਹ ਪੰਜ ਵਸਤੂਆਂ ਅਮੋਲ ਖਾਲਸਾ ਜੀ ਆਪਾਂ ਨੂੰ ਗੁਰਸਿੱਖੋ ਪਿਆਈਆਂ ਮਹਾਰਾਜ ਨੇ। ਲੇਕਿਨ ਵੀਰ ਰਸ ਧਾਰ ਕੇ ਧਰਮ ਦਾ ਯੁੱਧ ਕਰਨਾ ਜਿਹੜਾ ਸੀ, ਇਹ ਛੇਵੇਂ ਪਾਤਸ਼ਾਹ ਨੇ ਖਾਲਸਾ ਜੀ ਪਰਤਾ ਤੋਰੀ। ਸੋ ਪ੍ਰੇਮੀਓ, ਬਾਲਕਾਂ ਨੇ ਆਪਣੇ ਭਾਸ਼ਣ ਦਿੱਤੇ ਹੈ। ਬਲੇ ਹਾਰ ਜਾਈਏ ਉਹਨਾਂ ਗੁਰਮੁਖਾਂ ਤੋਂ ਜਿਨ੍ਹਾਂ ਦੇ ਮਨ 'ਚ ਸੰਸਕਾਰ ਹਨ ਕਿ ਇਹ ਸਾਡੀ ਪਨੀਰੀ ਹੈ, ਇਹ ਗੁਰਸਿੱਖੀ ਦਾਇਰੇ 'ਚ ਰਹਿਣ ਤਾਂ ਬਹੁਤ ਅੱਛਾ ਹੈ। ਇਹ ਗ੍ਰਸਤੀਆਂ ਦੀ ਜ਼ਿੰਮੇਵਾਰੀ ਹੈ। ਨਾਲ ਹੀ ਲੇਕਿਨ ਦੋ ਮਾਰਗ ਹੈ, ਇੱਕ ਪਰਮਾਰਥ, ਇੱਕ ਵਿਵਹਾਰਕ ਰਸਤੇ ਚੱਲਦੇ ਹੋਏ ਕੋਈ ਖੇਤੀ ਕਰਦਾ, ਕੋਈ ਨੌਕਰੀ ਕਰਦਾ, ਕੋਈ ਦੁਕਾਨ ਕਰਦਾ, ਕੋਈ ਵਪਾਰ ਕਰਦਾ। ਲੇਕਿਨ ਇੱਥੇ ਬੈਠ ਕੇ ਇਹਨੂੰ ਪਰਮਾਰਥ ਮਾਰਗ ਕਹਿੰਦੇ ਹੈ, ਭਗਤੀ ਦਾ ਮਾਰਗ ਕਹਿੰਦੇ ਹੈ। ਇੱਥੇ ਸਾਧ ਸੰਗਤ ਜੀ ਪਹਿਲਾਂ ਆਉਂਦਿਆਂ ਨੂੰ ਹੀ ਗੁਰੂ ਸਾਹਿਬ ਨਗੁਰੇ ਪੁਣੇ ਦੀ ਜੂਠ ਧੋਂਦੇ ਆ, ਗੁਰੂ ਧਾਰਨ ਕਰ ਭਾਈ। ਜਿਸ ਵੇਲੇ ਗੁਰੂ ਧਾਰਨ ਕਰ ਲਿਆ ਤੇ ਸੀਸ ਨਹੀਂ ਦਿੱਤਾ ਪੰਜਾਂ ਪੈਰਾਂ ਦੇ ਮੂਹਰੇ, ਔਰ ਸੀਸ ਦੇ ਅੰਦਰ ਹੀ ਸਾਰੀ ਸੋਚਣੀ ਚਿਤਵਣੀ ਹੈ ਤੁਹਾਡੇ ਅੰਦਰ, ਔਰ ਸੀਸ ਦੇ ਅੰਦਰ ਮਨ ਫੁਰਨੇ ਕਰਦਾ ਹੋਵੇ, ਸੀਸ ਹੋਵੇ ਗੁਰੂ ਕਾ, ਮਨ ਕਰੇ ਵਿਸ਼ਿਆਂ ਦੇ ਫੁਰਨੇ, ਆਪਾਂ ਨੂੰ ਪਾਪ ਨਹੀਂ ਲੱਗੇਗਾ। ਸੋਚਣਾ ਚਾਹੀਦਾ। ਸੋ ਇਹ ਆਪਣੇ ਜਿੰਨੇ ਅੰਮ੍ਰਿਤਧਾਰੀ ਸਿੰਘ ਨੇ ਸਾਰਿਆਂ ਦੇ ਭਾਈ ਸੀਸ ਇਹ ਗੁਰੂ ਕੇ ਨੇ। ਪੰਜ ਪਿਆਰਿਆਂ ਨੂੰ ਨਹੀਂ ਅੰਮ੍ਰਿਤ ਨਹੀਂ ਮਿਲਿਆ ਹੈ। ਇਸ ਸਟੇਜ ਦੇ ਉੱਤੇ ਸਤ ਸੰਗਤ ਜੀ ਕਵੀਆਂ ਨੂੰ ਸਤਿਕਾਰ ਦਸਵੇਂ ਪਾਤਸ਼ਾਹ ਨੇ ਦਿੱਤਾ। 52 ਕਵੀ ਰੱਖੇ, ਤਰ੍ਹਾਂ ਤਰ੍ਹਾਂ ਦੀ ਕਾਵਿ ਸੁਣਾਇਆ ਕਰਦੇ ਮਾਰ। ਇਸੇ ਤਰ੍ਹਾਂ ਉਦੋਂ ਪਿੱਛੇ ਹਟ ਜਾਓ। ਪਹਿਲਾਂ ਸਤ ਸੰਗਤ ਜੀ ਭਾਈ ਮਰਦਾਨੇ ਤੋਂ ਮਹਾਰਾਜ ਨੇ ਕੀਰਤਨ ਆਰੰਭ ਨਹੀਂ ਕਰਾਇਆ ਹੈ। ਰਾਗੀ ਸਿੰਘ ਵੀ ਇੱਥੇ ਸੁਸ਼ੋਭਿਤ ਹਨ, ਢਾਡੀ ਸਿੰਘ ਵੀ ਸੁਸ਼ੋਭਿਤ ਹਨ, ਕਵੀ ਲੋਕ ਵੀ ਸਤ ਸੰਜੀ ਇਸ ਸਟੇਜ ਤੇ ਸੋਚਦੇ ਆ। ਚੌਥੇ ਨੰਬਰ ਤੇ ਅੰਮ੍ਰਿਤਮਈ ਬਾਣੀ ਦੀ ਸਤ ਸੰਜੀ ਵਿਚਾਰ ਹੈ। ਇਹ ਕਿਉਂ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਲਿਖਿਆ ਕੀ ਹੋਇਆ, ਰਾਜ ਵਾਰਤਾ ਜਾਂ ਦੇਸ਼ ਵਾਰਤਾ। ਕਥਾ ਦੋ ਤਰ੍ਹਾਂ ਦੀਆਂ ਹਨ, ਇੱਕ ਕਹਾਣੀਆਂ, ਇੱਕ ਕਥਾ, ਦੋਨਾਂ ਦਾ ਫਰਕ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦਸਾਂ ਜੋਤਾਂ 'ਚ ਵਰਤ ਕੇ ਜਿੱਥੇ ਜਿੱਥੇ ਵੀ ਆਪ ਜੀ ਵਿਚਰੇ, ਉਹ ਕੀ ਇਹ ਕਥਾ ਨਹੀਂ ਹੈ, ਉਹ ਸਤ ਸੰਜੀ ਕਹਾਣੀਆਂ ਹਨ। ਸਰਗੁਣ ਸਰੂਪ ਧਾਰ ਕੇ ਪਰਉਪਕਾਰ ਕੀਤਾ ਜਿੱਥੇ ਜਿੱਥੇ, ਉਹ ਆਪਾਂ ਉਹ ਸਿਖਾਇਨ ਹੈ। ਉਹਦੇ ਨਾਲ ਕੀ ਲਾਭ ਹੁੰਦਾ? ਆਪਣੇ ਅੰਦਰ ਨਾ ਸ਼ਰਧਾ ਵੱਧਦੀ। ਜਿਹਦੇ ਤੇ ਸਤ ਸੰਜੀ ਸ਼ਰਧਾ ਹੋਵੇ ਉਹਦੇ ਦਰਸ਼ਨ ਕਰਨ ਨੂੰ ਵੀ ਜੀ ਕਰਦਾ ਹੈ। ਕੰਨੇ ਆਖਦੇ ਅੱਖਾਂ ਨੂੰ ਸੁਣੀ ਭੈਣੇ, ਮਹਿਮਾ ਨਾਮ ਦੀ ਸੁਣੀ ਅਮੋਲ ਅੜੀਏ। ਜਿਹਦਾ ਨਾਮ ਸੁਣ ਕੇ ਚਿੱਤ ਸ਼ਾਂਤ ਹੋਵੇ, ਤੁਸੀਂ ਧਾਇ ਕੇ ਦੇਖ ਲੋ ਗੋਲ ਅੜੀਏ। ਆਪਣੇ ਨਾਲ ਇੰਦਰੀਏ ਹਨ ਕਿ ਨਹੀਂ? ਸਾਰੇ
ਆਪਾਂ ਨੂੰ ਬੋਧ ਹੈ। ਆ ਜਿਤਨੀ ਆਪਾਂ ਬਾਣੀ ਸੁਣਦੇ ਹਾਂ, ਗੁਰਮਤਿ ਦਾ ਸਿਧਾਂਤ ਪ੍ਰਚਾਰ ਸੁਣਦੇ ਆ, ਕੌਣ ਸੁਣਦਾ ਹੈ? ਕੰਨਾਂ ਦੁਆਰਾ ਮਨ ਦਾ ਫੁਰਨਾ ਸੁਣਦਾ ਹੈ। ਕੰਨਾਂ ਨੇ, ਇਹ ਇੰਦਰੀਆ ਸੰਵਾਦ ਹੈ, ਕੰਨਾਂ ਨੇ ਅੱਖਾਂ ਨੂੰ ਹਾਕ ਮਾਰੀ ਕਿ ਸਾਨੂੰ ਨਾਮ ਸੁਣ ਕੇ ਵਾਹਿਗੁਰੂ ਦਾ ਬੜਾ ਆਨੰਦ ਆਉਂਦਾ, ਪਰ ਅਸੀਂ ਦੇਖ ਨਹੀਂ ਸਕਦੇ। ਤੁਸੀਂ ਸਾਡੀਆਂ ਭੈਣਾਂ ਹੋ, ਉਹਨੂੰ ਦੇਖੋ ਤਾਂ ਸਹੀ ਕਿਹਾ ਜਿਹਾ। ਆ ਗੁਰਬਾਣੀ ਸੁਣ ਕੇ ਸਤ ਸੰਗਤ ਜੀ ਨਹੀਂ ਕਰਦਾ, ਹੇ ਗੁਰੂ ਨਾਨਕ ਦੇਵ ਜੀ ਦਰਸ਼ਨ ਦੇ ਦਿਓ, ਇਹ 10ਵੇਂ ਪਾਤਸ਼ਾਹ ਦਰਸ਼ਨ ਦੇ ਦਿਓ। ਜਿੰਨੇ ਆਪਾਂ ਭੈਣ ਭਾਈ ਬੈਠੇ ਆ, ਕਿਸੇ ਨੂੰ ਪੁੱਛੋ ਕਿ 10ਵੇਂ ਪਾਤਸ਼ਾਹ ਦਰਸ਼ਨ ਕਰਨੇ ਆ, ਕਹਿੰਦਾ ਇਦੋਂ ਹੋਰ ਕੀ ਚਾਹੀਦਾ? ਤਾਂ ਤੂੰ ਮੈਨੂੰ ਬਹੁਤ ਅਮੂਰਖ ਗੱਲ ਦੱਸੀ। ਚਾਹੁੰਦੇ ਆ ਕਿ ਨਹੀਂ ਦਰਸ਼ਨ ਕਰਨੇ, ਲੇਕਿਨ ਦੇਖਣਾ ਕੰਨਾਂ ਦਾ ਕੰਮ ਨਹੀਂ ਹੈ, ਦੇਖਣਾ ਕੰਮ ਹੈ ਅੱਖਾਂ ਦਾ। ਜਿਸ ਵੇਲੇ ਕੰਨਾਂ ਨੇ ਆਵਾਜ਼ ਮਾਰੀ, ਭੈਣ ਅੱਖਾਂ ਨੂੰ ਕਹਿੰਦੇ ਦੇਖੋ ਕਿਹਾ ਜਿਹਾ। ਸ਼ਿਆਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਨੀ ਦੂਚਾਂ ਦਾ ਆਈ। ਤੇਰਾ ਸੋਹਣਾ ਨੱਕ ਜਾਂ ਲੰਬੜੇ ਬਾਲਾ, ਕੰਚਨ ਕਾਇਆ ਸੋਨੇ ਕੀ ਢਾਲਾ। ਜਪੋ ਤੁਸੀਂ ਸਹੇਲਿਓ, ਜਮ ਦਵਾਰ ਨਾ ਹੋ ਖੜੀਆਂ, ਸਿੱਖ ਸੁਣੋ ਮਹੇਲਿਓ। ਇਹ ਗੁਰਬਾਣੀ ਨਹੀਂ ਹੈ। ਅੱਜ ਜਿਤਨੇ ਆਪਾਂ ਸਾਧ ਸੰਗੀ ਸੰਗਤ ਦੀ ਸਜੋਬਤ ਹਾਂ, ਆਪਾਂ ਨੂੰ ਸਾਰਿਆਂ ਨੂੰ ਗੁਰਬਾਣੀ 'ਤੇ ਭਰੋਸਾ ਹੈ। ਇੱਥੇ ਬਖਤਾ ਬੈਠ ਕੇ ਜੇ ਆਪਣੀਆਂ ਗੱਲਾਂ ਬਾਤਾਂ ਘਾਟਤਾ ਘੜੂ, ਉਹ ਸਵੀਕਾਰ ਨਹੀਂ ਹਨ। ਉਹਦਾ ਅਧਿਕਾਰ ਬਣਦਾ ਕਿ ਜੋ ਮਹਾਰਾਜ ਜੀ ਨੇ ਫਰਮਾਇਆ ਉਸੇ ਨੂੰ ਹੀ ਵਿਚਾਰੀਏ। ਭਰਾ ਭਰਾ ਨੂੰ ਕਹਿ ਦੇਵੇ ਕਿ ਆਹ ਕੰਮ ਕਰਨਾ ਆ ਜਾਵੇ ਕਰੀਏ, ਕਹਿੰਦਾ ਮੈਂ ਨਹੀਂ ਕਰਦਾ ਬਈ। ਜੇ ਕਹਿੰਦੇ ਬਾਪੂ ਨੇ ਕਿਹਾ, ਬਾਪੂ ਨੇ, ਉਹਨੇ ਜਦੇ ਕਰਨ ਲੱਗ ਜਾਣਾ, ਫਿਰ ਤਾਂ ਨਹੀਂ ਜਵਾਬ ਦਿੰਦਾ। ਇਸ ਕਰਕੇ ਖਾਲਸਾ ਜੀ, ਗੁਰੂ ਸਾਹਿਬ ਇੱਥੇ ਬੈਠ ਕੇ ਦੀਵਾਨ ਦੇ ਅੰਦਰ ਗੁਰੂ ਸਾਹਿਬ ਦੀ ਜਿਹੜੀ ਅੰਮ੍ਰਿਤਮਈ ਸਿੱਖਿਆ ਉਪਦੇਸ਼ ਹੈ, ਇਹ ਤੋਂ ਕਦੇ ਵੀ ਬਖਤਾ ਬਾਹਰ ਨਾ ਜਾਵੇ। ਸੋ ਤੇਰਾ ਸੋਹਣਾ ਨੱਕ ਜਨ ਲੰਬੜੇ ਬਾਲਾ, ਕੰਚਨ ਕਾਇਆ ਸੋਨੇ ਕੀ ਢਾਲਾ। ਜਪੋ ਤੁਸੀਂ ਸਹੇਲਿਓ, ਇਹ ਜੇ ਸਰੂਪ ਨੂੰ, ਇਹ ਸਰਗੁਣ ਸਰੂਪ ਦਾ ਸਰੂਪ ਹੈ। ਸਾਡਾ ਬੋਲ ਬਾਲਾ ਪਤਾ ਕੀ ਹੈ? ਕਹਿੰਦੇ ਅਕਾਲ ਪੁਰਖ ਦੇ ਅਸੀਂ ਪਾਸ਼ਕ ਹਾਂ। ਫੋਟੋਆਂ ਪਾੜਦੇ ਹੋ, ਆਪ ਦੀਆਂ ਸੱਚੀਆਂ ਹੋ ਗਈਆਂ, ਥਾਂ ਥਾਂ ਉੱਤੇ ਲੈਂਦੇ ਫਿਰਦੇ ਆ। ਲਾਜ ਨਹੀਂ ਆਉਂਦੀ, ਨਕਲੀ ਮੂਰਤ ਅਸਲੀ ਨਾਮ। ਨਾਲ ਹੀ ਜਿਹੜੇ ਸਰਗੁਣ ਦੇ ਪਾਸ਼ਕ ਨੇ, ਉਹ ਫੋਟਾਂ ਦਾ ਵੀ ਧਿਆਨ ਰੱਖ। ਜਿਹੜੇ ਨਿਰਾਕਾਰ ਦੇ ਪਾਸ਼ਕ ਨੇ, ਖਾਲਸਾ ਜੀ, ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ। ਸਵਰੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇੱਕ ਮਾਟੀ ਕੁੰਚੜ ਚਿੱਟੀ ਭਾਂਜਨ ਹੈ ਵੋ ਨਾ ਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਵਾਹਿਗੁਰੂ ਕਿੱਥੇ ਰਹਿੰਦਾ ਹੈ? ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਈਓ। ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲਪਹੀਓ। ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕਬ ਸਹੀਓ। ਆ ਜਿੰਨੇ ਗੁਰੂ ਕੇ ਸਿੱਖ ਨੇ, ਇਹ ਬਦਮਾਸ਼ ਤਾਂ ਨਹੀਂ, ਇਹ ਸਾਰੇ ਸੰਤ ਹਨ। ਖਾਲਸਾ ਜੀ, ਸਾਧ ਸੰਗਤ ਨਹੀਂ ਬੈਠੀ, ਫਿਰ ਜਿਹੜੇ ਇਹਦੇ ਵਿੱਚ ਬੈਠੇ ਹੋਣਗੇ ਸਾਧ ਨਹੀਂ ਹਨ ਤਾਂ ਹੋਰ ਕੌਣ ਨੇ? ਉਹ ਜਿੱਥੇ ਸਤਿਗੁਰੂ ਜੀ ਅਸਤ ਹੋਏ, ਜੈ ਸਤਿਗੁਰ ਤਾਂ ਸਤ ਸੰਗਤ ਬਣਾਈ। ਜਿੱਥੇ ਸਤਿਗੁਰੂ ਨੇ ਚਰਨ ਪਾਤੇ, ਉੱਥੇ ਸਤ ਸੰਗਤਾਂ ਕਾਇਮ ਕਰ ਦਿੱਤੀਆਂ। ਕੀ ਲਕਸ਼ਣ ਨੇ? ਇੱਕ ਸਿੱਖ, ਦੋ ਸਾਧ ਸੰਗ, ਪੰਜੀ ਪਰਮੇਸ਼ਰ। ਇੱਕ ਤਾਂ ਸਿੱਖ ਹੈ, ਜੇ ਦੋ ਗੁਰਮੁਖ ਪਿਆਰੇ ਮਿਲ ਜਾਣ, ਇੱਕ ਬਖਤਾ ਬਣ ਜਾਂਦਾ, ਇੱਕ ਸਰੋਤਾ ਤੇ ਸਾਧ ਸੰਗਤ ਹੋ ਜਾਂਦੀ। ਪੰਜੀ ਪਰਮੇਸ਼ਰ, ਜਿੱਥੇ ਪੰਜ ਗੁਰੂ ਕੇ ਖਾਲਸੇ ਇਕੱਠੇ ਹੋ ਜਾਣ, ਉੱਥੇ ਵਾਹਿਗੁਰੂ ਸਾਖਿਆਤ ਹੈ। ਤਤ ਕਥਨੰ ਤਤ ਚਿੰਤਨੰ ਅੰਨਿਓ ਅੰਨ ਜਨੰਤੀ। ਇੱਥੇ ਤਾਂ ਦੇਸ਼ ਵਾਰਤਾ ਨਹੀਂ ਹੈ, ਕੋਈ ਰਾਜ ਵਾਰਤਾ ਨਹੀਂ ਹੈ, ਕਿਸੇ ਦੀ ਨਿੰਦਿਆ ਨਹੀਂ ਹੈ। ਇੱਥੇ ਦਾ ਭਾਈ ਅੰਮ੍ਰਿਤ ਦੀਆਂ ਘੁੱਟਾਂ ਗੁਰਬਾਣੀ ਹੈ। ਗੁਰਸਿੱਖੋ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਰ ਸਮਰ ਤਕੀ ਜੋ ਕਦੇ ਨਾ ਬੋਲੇ ਕੌੜਾ। ਸਾਰੀ ਦੁਨੀਆ ਬੋਲਾਂ ਨੂੰ ਬੋਲਦੀ ਹੈ, ਕਿਸੇ ਨੂੰ ਚੰਗੇ ਲੱਗਦੇ, ਕਿਸੇ ਨੂੰ ਮਾੜੇ। ਆ ਕੋਲਾ ਮੋਰ ਬੋਲਣ ਸਾਰਿਆਂ ਨੂੰ ਪਿਆਰੇ ਲੱਗਦੇ, ਕਾਂ ਬੋਲਦੇ ਕਿਸੇ ਨੂੰ ਵੀ ਨਹੀਂ ਚੰਗੇ ਲੱਗਦੇ।
ਇਸੇ ਤਰ੍ਹਾਂ ਖਾਲਸਾ ਜੀ ਗੁਰਸਿੱਖ ਨੇ ਜਿਹੜੇ ਇਹਨਾਂ ਦਾ ਜਿਹੜਾ ਬੋਲਣਾ ਹੈ ਉਹ ਸਤ ਸੰਗਤ ਜੀ ਹਿਰਦੇ ਨੂੰ ਸ਼ਾਂਤ ਕਰ ਦਿੰਦਾ। ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ। ਜੇ ਬੋਲਣਾ ਹੋਵੇ ਕਿਆ ਕਹੀਏ, ਵਾਹਿਗੁਰੂ ਦਾ ਚਿੰਤਨ ਕਰੀਏ। ਇੱਥੇ ਜਦੋਂ ਆਉਂਦੇ ਆ ਆਪਾਂ ਖਾਲਸਾ ਜੀ, ਪਰਮੇਸ਼ਰ ਦੇ ਨਾਮ ਦੀਆਂ ਗੂੰਜਾਂ ਉੱਠਦੀਆਂ ਕਰੀ ਦਰਬਾਰ ਦੇ ਅੰਦਰ। ਸਾਧ ਸੰਗਤ ਸਥਾਨ ਜਗਮਗ ਨੂਰ ਹੈ, ਲਖ ਲਖ ਸਸੀਰ ਭਾਨ ਕਰਨ ਠਰੂਰ ਹੈ। ਸੋ ਪ੍ਰੇਮੀਓ, ਕਲਯੁਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਨੇ ਸਤਿਯੁਗ ਵਰਤਾਇਆ। ਕੀ ਕਾਰਨ ਹੈ? ਸਤਿਯੁਗ ਦੇ ਅੰਦਰ ਖਾਲਸਾ ਜੀ, ਸਤਿਯੁਗ ਦੇ ਅੰਦਰ ਕੋਈ ਝੂਠ ਨਹੀਂ ਸੀ ਬੋਲਦਾ। ਸਾਰੇ ਸੰਤੋਖੀ ਲੋਕ ਸੀ, ਸਤ ਪ੍ਰਤੱਗੀ ਸਨ, ਪ੍ਰਵਿਰਤੀ 'ਚ ਨਹੀਂ ਸੀ ਪੈਂਦੇ, ਲੋਭੀ ਨਹੀਂ ਸਨ, ਭਜਨ ਸਿਮਰਿਆ ਕਰਿਆ ਕਰਦੇ। ਲੱਖ ਵਰਿਆਂ ਦੀ ਆਰਜਾ, ਕੋਠੇ ਕੋਠ ਨਾ ਮੰਡਪ ਸਾਜੇ, ਕਰਨ ਤਪੱਸਿਆ ਬਨ ਵਿਖੇ, ਵਕਤ ਗੁਜ਼ਾਰਨ ਪਿੰਨੀ ਸਾਗੇ। ਆ ਪੇਟ ਤਾਂ ਲੱਗਿਆ ਕਿ ਨਹੀਂ? ਅਸੀਂ ਕਹਿੰਦੇ ਤੜਕਾ ਫੜਕਾ ਲਾਓ ਚੰਗੀ ਤਰ੍ਹਾਂ, ਲੇਕਿਨ ਉਹ ਕੀ ਕਰਦੇ ਸੀ? ਸਾਗ ਜਿਹਾ ਤੋੜ ਕੇ ਉਬਾਲ ਲੈਣਾ, ਨਾ ਨੂਣ ਨਾ ਕੁਛ, ਜਦੇ ਪਿੰਨੀ ਵੱਟ ਕੇ ਅੰਦਰ ਪੇਟ ਦਾ ਆਸਰਾ ਬਣਾਉਣਾ, ਲੇਕਿਨ ਭਜਨ ਕਰਨਾ। ਸਤਿਯੁਗ ਦੇ ਨਾਲ ਸੰਤੋਖ ਸੀ। ਲੇਕਿਨ ਖਾਲਸਾ ਜੀ ਹਮੇਸ਼ਾ ਵਾਸਤੇ ਸਾਰੇ ਤਰ੍ਹਾਂ ਦੇ ਬੰਦੇ ਨਹੀਂ ਹੁੰਦੇ। ਬੇਣੂ ਰਾਜਾ ਹੋਇਆ ਸਤਿਯੁਗ ਦੇ ਅੰਦਰ, ਉਸ ਨੇ ਸ਼ੁਕਰਾਚਾਰਜ ਦੀ ਦੇਵਜਾਨੀ ਲੜਕੀ ਦਾ ਸੱਚ ਤੋੜਿਆ। ਉਹਦਾ ਪਾਪ ਇਹ ਨਜਮ ਸੀ, ਜੇ ਇੱਕ ਪਾਪ ਕਰੇ ਤਾਂ ਸਾਰਾ ਦੇਸ਼ ਭੁਗਤਦਾ ਸੀ ਸਵਾਲ। ਤ੍ਰੇਤੇ ਦੇ ਅੰਦਰ ਜੇ ਇੱਕ ਪਾਪ ਕਰੇ ਤਾਂ ਸਾਰੀ ਨਗਰੀ ਫਲ ਸਜ਼ਾ ਭੋਗਦੀ ਸੀ। ਦੁਆਪਰ ਦੇ ਅੰਦਰ ਜੇ ਇੱਕ ਪਾਪ ਕਰੇ ਉਹਦੇ ਸਾਰਾ ਕਬੀਲਾ ਭੁਗਤਦਾ ਸੀ। ਆਹ ਕਲਯੁਗ ਦੇ ਅੰਦਰ ਇਹ ਘਰ ਕਰੇ ਸੋ ਇਹ ਕਰ ਪਾਏ, ਕੋਈ ਨਾ ਕਿਸੇ ਕਿ ਦੂਜੇ ਥੋਂ ਫੜਨ, ਜਿਹੜਾ ਕਰੂਗਾ ਉਹੀ ਭਰੇਗਾ, ਮੌਜ ਹੈ। ਉਸ ਵੇਲੇ ਖਾਲਸਾ ਜੀ 1000 ਸਾਲ ਤੱਤੇ ਰੇਤੇ ਦੀ ਵਰਖਾ ਹੋਈ, ਲੋਕ ਭੁੰਨ ਕੇ ਰੱਖ ਦਿੱਤੇ। ਉਹ ਤਾਂ ਕਲਯੁਗ ਨਾਲੋਂ ਵੀ ਸਤਸੰਜੀ ਦੁੱਖ ਰੂਪ ਸਮਾਂ ਸੀ। ਲੇਕਿਨ ਉਹ ਜਿਹੜਾ 1000 ਸਾਲ ਦਾ ਸਤਸੰਜੀ ਸਮਾਂ ਸੀ, ਉਹ ਆ ਕਲਯੁਗ ਦੇ ਆਰੰਭ ਵਿੱਚ ਰਾਜਤਾ ਪਰਮੇਸ਼ਰ ਨੇ। ਆਪਾਂ ਤਦੇ ਕਹਿੰਦੇ ਆ ਬਈ ਮਹਾਰਾਜ ਨੇ ਤਾਂ ਕਲਯੁਗ ਦੇ ਸਤਿਯੁਗ ਵਰਤਾਇਆ ਹੈ। ਇਹ 1000 ਸਾਲ ਦਾ ਸਮਾਂ ਖਾਲਸਾ ਜੀ ਜਿਹੜਾ ਇਹ ਧਰਮੀ ਖਾਲਸੇ ਦਾ ਸਮਾਂ ਹੈ, ਇਹ ਸਤਿਯੁਗ ਦਾ ਹੈ। ਸਾਧ ਸੰਗਤ ਸਥਾਨ ਜਗਮਗ ਨੂਰ ਹੈ, ਲਖ ਲਖ ਸਸੀਰ ਭਾਨ ਕਿਰਨ ਠਰੂਰ ਹੈ। ਸਤਿਯੁਗ ਨਹੀਂ ਤਾਂ ਹੋਰ ਕੀ ਹੈ ਖਾਲਸਾ ਜੀ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ। ਸੋ ਪ੍ਰੇਮੀਓ, ਆਪ ਸੱਚੇ ਪਾਤਸ਼ਾਹ ਨੇ ਜਿਸ ਪ੍ਰਕਾਰ ਪੰਜੇ ਸਰੂਪਾਂ ਦੇ ਅੰਦਰ ਸ਼ਾਂਤ ਰੂਪ ਰਹਿਣਾ ਕੀਤਾ, ਸਾਰਿਆਂ ਦੇ ਹਿਰਦੇ 'ਚ ਬਿਰਤ ਹੋਵੇ। ਜਦੋਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਆਪਣੇ ਦੇਸ਼ ਵਿੱਚ ਪਠਾਣਾ ਦਾ ਰਾਜ ਸੀ। ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਤੇਗਾਂ ਚੱਲੀਆਂ, ਬਾਬਰ ਆਇਆ ਕਿ ਨਹੀਂ। ਖੁਰਾਸਾਨ ਖੁਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ, ਜਨਮਾ ਜਮ ਕਰ ਉਗਰ ਚੜਾਇਆ। ਆਏ ਮੁਗਲ ਚੜ ਕੇ ਖਾਲਸਾ ਜੀ, ਹਾਰ ਦਿੱਤੀ ਇਹਨਾਂ ਨੂੰ। ਜਿਨ ਸਿਰ ਸੋਹਣ ਪੱਟੀਆਂ, ਮੰਗੀ ਪਾਏ ਸੰਦੂਰ, ਤੇ ਸਿਰ ਸਾਤੀ ਛੱਤ ਕਹਿਤੀ ਮੁਨੀਆਂ, ਗਲ ਵਿੱਚ ਆਵੇ ਤੂੜ। ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਵੇਖਿਆ ਬੇਸ। ਕੀ ਗੁਰਬਾਣੀ ਦਾ ਸਤ ਸੰਗ ਜੀ ਉਪਦੇਸ਼ ਨਹੀਂ ਹੈ? ਆਹ ਹਾਲਤ ਪਠਾਣਾ ਦੀ ਹੋਈ ਏ ਬਨਾਬਾਦ। ਬਾਬਰ ਆਇਆ ਸਾਹਮਣੇ, ਫੌਜ ਨੂੰ ਸਤ ਸੰਗ ਜੀ ਭੁੱਖੇ ਆਟਾ ਤਾਂ ਚਾਹੀਦਾ। ਜਿੰਨੇ ਲੋਕ ਸੀ ਕੈਦੀ ਕਰ ਲਏ, ਸਾਰਿਆਂ ਦੇ ਮੂਹਰੇ ਚੱਕੀਆਂ ਰੱਖਦੀਆਂ, ਆਟਾ ਪੀਓ, ਮੇਰੀ ਫੌਜ ਨੇ ਭੋਜਨ ਛਕਣਾ। ਗੁਰੂ ਨਾਨਕ ਦੇਵ ਜੀ ਦੇ ਮੂਹਰੇ ਵੀ ਚੱਕੀ ਰੱਖੀ ਕਿ ਨਹੀਂ? ਆਪ ਜੀ ਨੇ ਕੀ ਕਿਹਾ? ਕੱਲੀ ਮਹਾਰਾਜ ਦੀ ਚੱਕੀ ਨਹੀਂ, ਸੱਚੇ ਪਾਤਸ਼ਾਹ ਨੇ ਐਸੀ ਕਲਾ ਵਰਤਾਈ, 1100 ਚੱਕੀ ਆਪਣੇ ਆਪ ਚੱਲੀ। ਉਹਨਾਂ ਕੈਦੀਆਂ ਨੂੰ ਮਹਾਰਾਜ ਕਹਿੰਦੇ ਭਾਈ ਦਾਣੇ ਪਾਈ ਚੱਲਿਓ, ਆਪੇ ਹੀ ਚੱਲੇਗੀ। ਐਡੀ ਡਾਢੀ ਕਲਾ ਮਹਾਰਾਜ ਸਾਹਿਬ ਜੀ ਨੇ ਵਰਤਾਈ। ਜਦੋਂ ਸਾਰੀਆਂ ਚੱਕੀਆਂ ਚੱਲਦੀਆਂ ਦੇਖੀਆਂ, ਬਾਬਰ ਹੈਰਾਨ ਹੋ ਗਿਆ। ਆ ਕੇ ਮਹਾਰਾਜ ਦੇ ਚਰਨਾਂ 'ਤੇ ਡਿੱਗ ਪਿਆ, ਕਹਿੰਦਾ ਜੇ ਮੈਨੂੰ ਪਤਾ ਹੁੰਦਾ ਇਹ ਸ਼ਹਿਰ ਦੇ ਅੰਦਰ ਇਹੋ ਜਿਹੇ ਕਾਮਲ ਪੀਰ ਫਕੀਰ ਨੇ, ਮੈਂ ਕਦੇ ਵੀ ਹਮਲਾ ਨਾ ਕਰਦਾ। ਮਹਾਰਾਜ ਨੂੰ ਖਾਲਸਾ ਜੀ 7 ਮੁੱਠੀਆਂ ਨੇ ਭੰਗ ਦੀਆਂ ਭੇਟਾਂ ਕੀਤੀਆਂ, ਬਈ ਜਿਹੜੇ
ਸਾਧੂ ਸੰਤ ਹੁੰਦੇ ਨੇ, ਅਮਰ ਛਕਦੇ ਹੁੰਦੇ। ਮਹਾਰਾਜ ਕਹਿੰਦੇ ਹੇ ਬਾਬਰ, ਅਸੀਂ ਇਹ ਭੰਗ ਪੀ ਕੇ ਅਮਰ ਭਜਨ ਕਰਨ ਵਾਲੇ ਨਹੀਂ ਹਾਂ। ਭਾਉ ਤੇਰਾ ਭਾਂਗ ਖਰੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ। ਤੇਰਾ ਜਿਹੜਾ ਪ੍ਰੇਮ ਹੈ ਇਹੀ ਭੰਗ ਹੈ। ਅਸੀਂ ਦੀਵਾਨੇ ਮਸਤ ਹਾਂ, ਜਿਹੜੀ ਸਾਡੇ ਕੋਲ ਮਸਤੀ ਹੈ ਉਹ ਅਮਰਾਂ ਦੇ ਅਧੀਨ ਨਹੀਂ ਹੈ। ਸੋ ਸਾਧ ਸੰਗਤ ਜੀ, ਪਰ ਤੈਂ ਭਾਵਨਾ ਦੇ ਨਾਲ 7 ਮੁੱਠੀਆਂ ਭੰਗ ਦੀਆਂ ਦਿੱਤੀਆਂ। ਤੇਰੀ ਬੰਸ ਨੂੰ ਅਸੀਂ 7 ਪੀੜ੍ਹੀਆਂ ਬਾਦਸ਼ਾਹੀ ਦਿੱਤੀ ਹਿੰਦੁਸਤਾਨ ਦੀ। ਸਾਧ ਸੰਗਤ ਜੀ, ਬਾਬਰ ਤੋਂ ਬਾਅਦ ਹਮਾਯੂੰ, ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ, ਬਹਾਦਰ ਸ਼ਾਹ, ਇਹ 7 ਪੀੜ੍ਹੀਆਂ ਖਾਲਸਾ ਜੀ ਤੁਰਕਾਂ ਨੇ ਰਾਜ ਭਾਗ ਸਾਂਭਣਾ ਕੀਤਾ। ਲੇਕਿਨ ਇਹ ਵੀ ਕਿਹਾ ਹੇ ਬਾਬਰ, ਜੇ ਤੇਰੀ ਵੰਸ਼ ਦੇ ਪੁੱਤ ਪੋਤੇ ਦਿੱਲੀ ਦੇ ਤਖਤ ਤੇ ਬੈਠ ਕੇ ਜ਼ੁਲਮ ਕਰਨਗੇ ਨਾ, ਤਾਂ ਅਸੀਂ ਸੀਸ ਦੇ ਕੇ ਆਪ ਦਾ ਭਰ ਵਾਪਸ ਲੈ ਲਵਾਂਗੇ। ਕੋਈ ਕਸਰ ਤਾਂ ਨਹੀਂ ਰਹੀ ਖਾਲਸਾ ਜੀ। ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾਉਣੀਆਂ, ਮਾਤਾ ਗੁਜਰੀ ਜੀ ਨੇ ਸਮਾ ਜਾਣਾ, ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਪਾਉਣੀ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਾਣਾ ਮੰਨਣਾ। ਕੋਈ ਲੁਕੀ ਕੋਈ ਬਾਤ ਤਾਂ ਨਹੀਂ ਹੈ। ਬਾਬੇ ਕੇ ਬਾਬਰ ਕੇ ਦਊ, ਆਪ ਕਰੇ ਪਰਮੇਸ਼ਰ ਸੋਊ। ਇਹ ਜਿਸ ਵੇਲੇ ਜ਼ੁਲਮ ਕਰਦੇ ਦੇਖੇ, ਫਿਰ ਮਹਾਰਾਜ 6ਵੇਂ ਪਾਤਸ਼ਾਹ ਨੇ ਖਾਲਸਾ ਜੀ, ਬਾਬਾ ਬੁੱਢਾ ਜੀ ਨੇ ਜਦੋਂ ਗੁਰਤਾ ਗੱਦੀ ਲੈਣੀ ਸੀ, ਪਹਿਲਾਂ ਪ੍ਰਥਾ ਸੀ ਸਿਰ ਦੀ ਟੋਪੀ, ਕਿ ਉਹ ਪਹਿਲਾ ਧਰਮ ਸਾਡਾ ਉਦਾਸੀ ਹੈ, ਇਹ ਲੁਕੋ ਵਾਲੀ ਬਾਤ ਨਹੀਂ। ਗੁਰਬਚਨੀ ਬਾਹਰ ਘਰ ਏਕੋ, ਨਾਨਕ ਭਇਆ ਉਦਾਸੀ। ਇਹ ਗੁਰਬਾਣੀ ਦੀ ਗਵਾਹੀ। ਸਤਿਗੁਰੂ ਜੀ ਨੇ ਸੁਲਤਾਨਪੁਰ ਤਿਆਗ ਕੇ ਮੋਦੀ ਖਾਨਾ ਜੋ ਛੱਡਿਆ, ਆਪ ਜੀ ਮਰਦਾਨੇ ਨੂੰ ਨਾਲ ਲੈ ਕੇ ਜਦੋਂ ਸਤ ਸੰਗਤ ਜੀ ਵਿਚਰੇ, ਮਰਦਾਨੇ ਨੂੰ ਕਹਿੰਦੇ ਕਿੱਧਰ ਨੂੰ ਚੱਲੀਏ ਬਈ? ਕਹਿੰਦਾ ਮਹਾਰਾਜ ਪਿੱਛਾ ਮੇਰਾ ਅੱਗਾ ਤੁਹਾਡਾ। ਕਹਿੰਦੇ ਭਾਈ ਸਾਡਾ ਇੱਕ ਪਹਿਲੇ ਜਨਮਾਂ ਦਾ ਪ੍ਰੇਮੀ ਆ ਲਾਲੋ, ਉਹਦੇ ਕੋਲੇ ਚੱਲਣਾ। ਸਤ ਸੰਗਤ ਜੀ ਲਾਲੋ ਨੂੰ ਦਰਸ਼ਨ ਦਿੱਤੇ। ਉਹ ਉੱਥੇ ਕੌਣ ਸੀ? ਇਹੋ ਜਿਹੇ ਹੰਕਾਰੀ ਵੀ ਸੀ, ਮਲਕ ਭਾਗੋ ਵਰਗੇ ਪੂੜੇ ਪਕਾਉਣ ਵਾਲੇ। ਅੱਜ ਕੱਲ੍ਹ ਦੇ ਸਾਧ ਹੁੰਦੇ ਤਾਂ ਚਾਹ ਨਾ ਖਾ ਲੈਂਦੇ। ਜਿਸ ਵੇਲੇ ਮਹਾਰਾਜ ਨੂੰ ਕਿਹਾ, ਮਹਾਰਾਜ ਕਹਿੰਦੇ ਵੀ ਤੇਰਾ ਭੋਜਨ ਨਹੀਂ ਛਕਣਾ। ਉਹਦੇ ਵਿੱਚ ਆਕੜ ਵੀ ਕਿਉਂ ਨਹੀਂ ਤੂੰ ਛਕਣਾ? ਜਿਸ ਵੇਲੇ ਬਹੁਤੀ ਆਕੜ ਕੀਤੀ, ਮਹਾਰਾਜ ਖੂਨ ਕੱਢ ਕੇ ਨਹੀਂ ਦਿਖਾਇਆ, ਭਾਈ ਲਾਲੋ ਦੀ ਰੋਟੀ 'ਚੋਂ ਦੁੱਧ ਕੱਢ ਕੇ ਦਿਖਾ ਦਿੱਤਾ। ਖਾਲਸੇ ਨੂੰ ਸਦਾ ਵਾਸਤੇ ਦੱਸ ਦਿੱਤਾ, ਭਾਈ ਹੱਕ ਦੀ ਕਮਾਈ ਦੇ ਅੰਦਰ ਹੀ ਭਗਤੀ ਹੋ ਸਕਦੀ ਹੈ, ਨਹੀਂ ਹੋ ਸਕਦੀ। ਇਸ ਕਰਕੇ ਗੁਰਸਿੱਖੋ, ਆਪ ਜੀ ਨੇ ਕਿਹਾ ਜਿਹੜੀ ਧਰਮ ਦੀ ਕਿਰਤ ਹੈ ਉੱਥੇ ਹੀ ਧਰਮ ਠਹਿਰਦਾ ਹੈ। ਜੈਸਾ ਅੰਨ ਤੈਸਾ ਮਨ। ਜੇ ਸੁੱਧ ਅੰਨ ਛਕੋਗੇ ਤਾਂ ਭਗਤੀ ਵਿੱਚ ਕਰੋਗੇ। ਜੇ ਅੰਨ ਮਲੀਨ ਹੈ ਤਾਂ ਖਾਲਸਾ ਜੀ ਬਿਰਤੀ ਨਹੀਂ ਟੁਕਣੀ ਟੁਕਣੀ ਆਪਣੀ। ਇਸ ਕਰਕੇ ਗੁਰੂ ਕਾ ਸਿੱਖ ਜਹਾਂ ਕਹਾਂ ਕਾ ਖਾਏ ਪ੍ਰਸਾਦ, ਮੇਰਾ ਸਿੱਖ ਨਾ ਹਰ ਜੁਗਾਦ। ਗੁਰੂ ਕਾ ਸਿੱਖ ਸੱਚ ਸੁੱਚ ਤੇ ਸੰਤਨ ਕੇ ਪਾਸ, ਸੱਚ ਤੇ ਸੁੱਚਮ ਆਪਣੇ ਘਰ ਵਿੱਚ ਹੈ, ਪਰ ਦੋਨੇ ਹੀ ਉੱਡ ਗਏ। ਝੂਠ ਇੱਕ ਦੂਜੇ ਦੀ ਖਾਨੇ, ਝੂਠ ਬੋਲਦੇ। ਤਾਂ ਕਰਕੇ ਖਾਲਸਾ ਜੀ ਆਪਾਂ ਨੂੰ ਕਹਿੰਦੇ ਮਲੇਸ਼ ਖਾਲਸਾ ਵੱਧ ਗਿਆ ਬਈ। ਹੁਣ ਇਹ ਸੁਧ ਸਦਈਆ ਬਾਹਰੋਂ ਆ ਕੇ ਤਾਂ ਨਹੀਂ ਕਿਸੇ ਨੇ ਕਰਨਾ, ਆਪਾਂ ਆਪ ਹੀ ਕਰਨਾ ਹੈ। ਸੋ ਪ੍ਰੇਮੀਓ, ਜਿਸ ਪ੍ਰਕਾਰ ਆਪ ਜੀ ਦੇ ਪਾਸ ਮੇਰੀ ਪੀਰ ਦੀਆਂ ਸਾਂਝੀ ਸ੍ਰੀ ਸਾਹਿਬਾਂ ਪਹਿਨੀਆਂ ਔਰ ਗੁਰੂ ਘਰ ਵਿੱਚ ਗੁਰਤਾ ਗੱਦੀ ਪ੍ਰਗਟ ਹੋਈ, ਨੰਬਰਵਾਰ ਚੱਲੀ, ਉਹ ਆਪ ਜੀ ਸੁਣੋ। ਵਾਹਿਗੁਰੂ ਜੀ ਦਿੱਚੈ ਪੂਰਬ ਦੇਵਣਾ। ਭਾਈ ਗੁਰਦਾਸ ਦੀ ਆਵਾਜ਼ ਹੈ ਖਾਲਸਾ ਜੀ। ਦਿੱਚੈ ਪੂਰਬ ਦੇਵਣਾ, ਜਿਹੜਾ ਦਿੱਤਿਆ ਹੋਇਆ ਸੀ ਦਾਨ ਹੈ, ਉਹੀ ਅਗਲੇ ਸਮੇਂ ਵਿੱਚ ਆਪਾਂ ਨੂੰ ਪ੍ਰਾਪਤ ਹੁੰਦਾ, ਦੇਣਾ ਪੈਂਦਾ। ਜਿਹਨੂੰ ਦਿੱਤਾ ਹੈ ਉਹਦੇ ਕੋਲੋਂ ਲੈ ਲਈਦਾ ਹੈ। ਇਹ ਕੀ ਭਾਵ ਹੋਇਆ ਖਾਲਸਾ ਜੀ? ਸਤਿਗੁਰੂ ਨਾਨਕ ਦੇਵ ਸਾਹਿਬ ਜੀ ਬੇਦੀ ਬੰਸ ਹਨ। ਕਿਉਂ ਬੇਦੀ ਬੰਸ ਨਾਂ ਪੈ ਗਿਆ? ਹੈ ਤੋ ਛਤਰੀ, ਕਲਗੀਧਰ ਪਾਤਸ਼ਾਹ ਛਤਰੀ ਕੋ ਪੂਤ ਹੋ ਬ੍ਰਹਮਨ ਕੋ ਨਾ ਹੈ। ਇਹ ਛਤਰੀ ਬੰਸ ਹੈ। ਲੇਕਿਨ ਖਾਲਸਾ ਜੀ ਇਹ 10ਵੇਂ ਪਾਤਸ਼ਾਹ ਦੀ ਬਾਣੀ ਨਾ ਪੜ੍ਹੀਏ ਤਾਂ ਹਨੇਰ ਹੀ ਛਾ ਜਾਵੇਗਾ। ਆਪ ਜੀ ਨੇ ਖਾਲਸਾ ਜੀ ਸਾਰਾ ਪ੍ਰਸੰਗ ਦੱਸਿਆ ਹੋਇਆ ਕਿ ਲਾਹੌਰ ਲਬੂ ਨੇ ਬੰਨਿਆ, ਕਸੂ ਨੇ ਦੋਨੋਂ ਪੁੱਤਰ ਰਾਮਚੰਦਰ ਦੇ ਸੀ।
ਇਹਨਾਂ ਦੋਨਾਂ ਸਾਧੂ ਸਟੇਟਾਂ 'ਚ ਰਾਜੇ ਰਾਜ ਕਰਦੇ ਆਏ। ਆਪਸ ਵਿੱਚ ਹੀ ਐਸੇ ਸਤਸੰਗ ਜੀ ਬੈਰ ਭਾਵ ਪ੍ਰਗਟ ਹੋਇਆ। ਲਾਹੌਰ ਵਾਲੇ ਨੇ ਕਸੂਰ ਵਾਲੇ ਦਬਲ ਦਿੱਤੇ, ਹਾਰ ਖਾ ਗਏ, ਕਬਜ਼ਾ ਕਰ ਲਿਆ ਉਹਦੇ ਇਲਾਕੇ 'ਤੇ। ਉਸ ਵੇਲੇ ਜਿਹੜੇ ਕਸੂਰ ਵਾਲੇ ਸਤਸੰਗ ਜੀ ਛਤਰੀ ਸੀ, ਉਹਨਾਂ ਨੂੰ ਕੋਈ ਸਾਧਨ ਨਹੀਂ ਮਿਲਿਆ। ਉਹ ਵਿਚਾਰੇ ਕਾਂਸ਼ੀ ਜਾ ਕੇ ਵੇਦ ਪੜ੍ਹ ਲਏ। ਆਪਣੇ ਦੇਸ਼ ਵਿੱਚ ਸਭ ਤੋਂ ਵਿਦਿਆ ਦਾ ਗੜ੍ਹ ਕਾਂਸ਼ੀ ਹੈ। ਸਾਰੀ ਦੁਨੀਆ 'ਤੇ ਤੱਕੋ, ਇਹ ਵਿਦਿਆ ਨਿਕਲੀ ਕਿੱਥੋਂ ਆ ਭਾਈ? ਆ ਕਾਲਜਾਂ ਵਿੱਚੋਂ ਨਿਕਲੀ ਆ ਜਾਂ ਸਕੂਲਾਂ 'ਚੋਂ? ਨਹੀਂ, ਇਹ ਸਤਸੰਗ ਜੀ ਵਿਦਿਆ ਧਾਰਮਿਕ ਸਥਾਨਾਂ ਵਿੱਚੋਂ ਨਿਕਲੀ ਹੈ। ਮੁਸਲਮਾਨਾਂ ਨੂੰ ਪੁੱਛੋ, ਕਹਿੰਦੇ ਸਾਡੇ ਮੌਲਾਣੇ ਪੜ੍ਹਾਉਂਦੇ ਸੀ ਮਸੀਤਾਂ ਵਿੱਚ। ਹਿੰਦ ਵਾਸੀਆਂ ਨੂੰ ਪੁੱਛੋ, ਸਾਡੇ ਮੰਦਿਰਾਂ 'ਚ ਪੰਡਤ ਪੜ੍ਹਾਉਂਦੇ ਹੁੰਦੇ ਸੀ। ਆਪਾਂ ਵੀ ਕਹਿੰਦੇ ਵੀ ਸੰਤ ਢੇਰੇ ਡੇਰਿਆਂ 'ਚ ਪੜ੍ਹਾਉਂਦੇ ਸੀ, ਆਪਾਂ ਨੂੰ ਊੜਾ ਆੜਾ। ਸੋ ਇਸ ਕਰਕੇ ਖਾਲਸਾ ਜੀ, ਭਾਵ ਕਿ ਜਿਹੜੀ ਇਹ ਵਿਦਿਆ ਹੈ ਇਹ ਧਰਮ ਵਿੱਚੋਂ ਨਿਕਲੀ ਹੈ। ਇਹ ਵੇਦੀਆਂ ਨੇ, ਜਿਨ੍ਹਾਂ ਨੇ ਛਤਰੀਆਂ ਨੇ ਜਾ ਕੇ ਵੇਦ ਪੜ੍ਹੇ, ਜਿਨੇ ਵੇਦ ਪਠਿਓ ਸੋ ਵੇਦੀ ਕਹਾਏ, ਤਿਨੇ ਧਰਮ ਕੇ ਕਰਮ ਨਿੱਕੇ ਚਲਾਏ। 10ਵੇਂ ਪਾਤਸ਼ਾਹ ਦੀ ਬਾਣੀ। ਸਮਾਂ ਇੱਕੋ ਜਿਹਾ ਨਹੀਂ ਹੁੰਦਾ, ਮਨ ਦੀ ਅਵਸਥਾ ਵੀ ਇੱਕੋ ਨਹੀਂ ਹੁੰਦੀ। ਕਦੇ ਲੋਭੀ ਲਾਲਚੀ ਹੁੰਦਾ, ਕਦੇ ਸੰਤੋਖੀ ਹੁੰਦਾ, ਕਦੇ ਦਇਆ ਦੇ ਸਹਿਤ ਹੁੰਦਾ, ਕਦੇ ਪੱਥਰ ਦਿਲ ਦੇ ਸਹਿਤ। ਆਪਾਂ ਇੱਕ ਤਰ੍ਹਾਂ ਦੀ ਆਪਣੇ ਮਨ ਦੀ ਅਵਸਥਾ ਨਹੀਂ ਰਹਿੰਦੀ। ਉਹੀ ਰਾਜਾ ਲਾਹੌਰ ਵਾਲਾ ਇੱਕ ਦਿਨ ਸੋਚਦਾ ਮਨਾ, ਮੈਂ ਤਾਂ ਭਰਾਵਾਂ ਦਾ ਰਾਜ ਵੀ ਕਬਜ਼ੇ ਕਰ ਲਿਆ, ਮਨ ਨੂੰ ਸ਼ਾਂਤੀ ਨਹੀਂ ਕਲਪਦਾ ਰਹਿੰਦਾ, ਕਿਵੇਂ ਕਰਾਂ ਮੈਂ ਪਾਠ ਕਰਾਵਾਂ ਤਾਂ ਠੀਕ ਹੈ, ਜਿਵੇਂ ਆਪਾਂ ਕਹਿੰਦੇ ਅਖੰਡ ਪਾਠ ਕਰਾਈਏ। ਉਸ ਵੇਲੇ ਖਾਲਸਾ ਜੀ ਇਸ ਨੇ ਲਾਹੌਰ ਦੇ ਅੰਦਰ ਉਹਨਾਂ ਹੀ ਬੇਦੀਆਂ ਨੂੰ ਬੁਲਾ ਕੇ ਨਾ ਕਾਂਸ਼ੀ ਤੋਂ ਵੇਦ ਸ਼ੁਰੂ ਕੀਤੇ ਪੜ੍ਹਨੇ। ਆਪ ਬੈਠ ਗਿਆ ਚੌਂਕੜਾ ਲਾ ਕੇ, ਤਿੰਨੇ ਵੇਦ ਸਤਸੰਗ ਜੀ ਸੁਣੇ। ਉਸ ਤੋਂ ਉਪਰੰਤ ਚੌਥਾ ਵੇਦ ਸੁਣਦੇ ਸਾਰ ਹੀ ਨਾ ਸਾਰਾ ਰਾਜ ਵੇਦੀਆਂ ਨੂੰ ਦੇ ਦਿੱਤਾ। ਜਿਵੇਂ ਕੋਈ ਵਿਰਾਗ ਦੇ ਸਹਿਤ ਘਰ ਅਖੰਡ ਪਾਠ ਕਰਾਵੇ, ਪਾਠੀਆਂ ਨੂੰ ਕਹਦੇ ਭਾਈ ਮੈਂ ਤਾਂ ਚੱਲਿਆ, ਆ ਮੇਰਾ ਘਰ-ਬਾਰ ਸਾਂਭ ਲਓ। ਕਿੰਨਾ ਤਿਆਗ ਹੈ। ਬੇਦੀ ਭਇਓ ਪ੍ਰਸੰਨ ਰਾਜ ਕੈ ਪਾਇ ਕੈ, ਦੇਤ ਭਇਓ ਵਰਦਾਨ ਹੀ ਹੈ ਹੁਲਸਾਇ ਕੈ। ਜਬ ਕਲ ਮੈਂ ਹਮ ਨਾਨਕ ਨਾਮ ਕਹਾਏ ਹੈ, ਇਹ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ। ਬੇਦੀ ਵੀ ਸਤਸੰਗ ਜਤੀ ਸਤੀ ਸੀ, ਲੋਭੀ ਨਹੀਂ ਸਨ। ਕਹਿਣ ਲੱਗੇ, ਹੇ ਰਾਜਨ, ਤੂੰ ਸਾਨੂੰ 3 ਵੇਦ ਸੁਣ ਕੇ ਚੌਥਾ ਵੇਦ ਸੁਣਦੇ ਸਾਰ ਹੀ ਤੂੰ ਸਾਨੂੰ ਰਾਜ ਅਰਪ ਦਿੱਤਾ ਹੈ। ਉਤ ਰਾਜਾ ਕਾਨਨ ਨੇ ਸੁਧਾਇਓ, ਇਹ ਤਿੰਨ ਰਾਜ ਕਰਤ ਸੁਖ ਪਾਇਓ। ਕਲਗੀਧਰ ਪਾਤਸ਼ਾਹ ਕਹਿੰਦੇ, ਖਾਲਸਾ ਜੀ ਰਾਜਾ ਜੰਗਲ ਨੂੰ ਚਲਿਆ ਗਿਆ ਭਜਨ ਕਰਨ, ਬੇਦੀਆਂ ਨੇ ਸਾਧ ਸੰਗਤ ਜੀ ਰਾਜ ਭਾਗ ਪ੍ਰਾਪਤ ਕੀਤਾ। ਪਰ ਵਰ ਕੀ ਦਿੱਤਾ ਕਿ ਤੂੰ 3 ਵੇਦ ਸੁਣ ਕੇ ਚੌਥਾ ਵੇਦ ਸੁਣ ਕੇ ਸਾਨੂੰ ਦਿੱਤਾ ਨਾ ਰਾਜ। ਸਾਡੀ ਵੰਸ਼ ਵਿੱਚ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਣਗੇ। ਜਦੋਂ 3 ਪੀੜ੍ਹੀਆਂ ਹੋ ਗਈਆਂ ਨਾ ਗੁਰਤਾ ਗੱਦੀ ਦੀਆਂ, ਚੌਥੀ ਤੁਹਾਡੇ ਘਰ ਆਵੇਗੀ। ਤਾਂ ਆ ਆਵਾਜ਼ ਆ ਖਾਲਸਾ ਜੀ, ਪੜੋ ਪੰਕਤੀ ਹੈ। ਦਿੱਚੈ ਪੂਰਬ ਦੇਵਣਾ, ਉਹ ਜਿਹੜਾ ਪਹਿਲਾਂ ਵਰ ਦਿੱਤਾ ਹੋਇਆ ਸੀ ਬੇਦੀਆਂ ਨੇ, ਉਹ ਖਾਲਸਾ ਜੀ ਫਿਰ ਕਿੱਥੇ ਦੇਣਾ ਪਿਆ? ਗੁਰੂ ਰਾਮਦਾਸ ਜੀ ਲਾਹੌਰ ਵਿੱਚ ਅਵਤਾਰ ਧਾਰ ਕੇ ਗੁਰਤਾ ਗੱਦੀ ਦੇ ਮਾਲਕ ਬਣੇ। ਜਿਸ ਦੀ ਵਸਤ ਤਿਸੈ ਘਰ ਆਵੈ। ਇਹ ਜਿਹੜੀ ਵਸਤੂ ਸੀ ਗੁਰਤਾ ਗੱਦੀ ਦੀ, ਕਿਹਦੇ ਕੋਲੇ ਆਈ ਖਾਲਸਾ ਜੀ? ਸੋਢ ਵੰਸ਼ ਦੇ ਅੰਦਰ ਗੁਰੂ ਚੌਥੇ ਪਾਤਸ਼ਾਹ ਸੁਭਾਏਮਾਨ ਹੋਏ। ਬੈਠਾ ਸੋਢੀ ਪਾਤਸ਼ਾਹ। ਪਾਤਸ਼ਾਹ ਦੇ ਪਾਤਸ਼ਾਹ ਪਾਤਸ਼ਾਹ ਕਿਉਂ ਕਿਹਾ ਹੈ? ਪਾਤਸ਼ਾਹ ਸੱਚ ਜੀ ਸੂਰਮੇ ਵੀ ਹੁੰਦੇ ਆ। ਭਗਤ ਹੋਣਾ ਤੇ ਸੂਰਮਾ ਹੋਣਾ, ਇਹ 2 ਗੁਣ ਵੱਖਰੇ ਵੱਖਰੇ ਹਨ। ਦੁਨੀਆ ਦੇ ਉੱਤੇ ਬੜੇ ਬੜੇ ਰਿਸ਼ੀ ਮੁਨੀ ਹੋਏ, ਪਰ ਸੂਰਮੇ ਨਹੀਂ ਵਿਚਾਰੇ ਹੋਏ। ਜਿਹੜੇ ਸੂਰਮੇ ਹੋਏ ਉਹਨਾਂ ਨੇ ਭਗਤੀ ਨਹੀਂ ਕੀਤੀ। ਆਪਣੇ ਘਰ ਵਿੱਚ ਖਾਲਸਾ ਜੀ, ਖਾਲਸਾ ਭਗਤ ਵੀ ਹੈ ਔਰ ਸੂਰਮਾ ਵੀ ਹੈ। ਜੀਤ ਹਵਤ ਹੈ ਬਹੁਤ ਪਿਹਾਲਾ, ਸਗਰ ਚਰਨ ਕੀ ਇਹ ਮਨ ਰਾਲਾ। ਦੇਖਣ ਨੂੰ ਸ਼ਸਤਰ ਪਹਿਨੇ ਹੋਏ ਨੇ, ਸਾਰੇ ਹੀ ਡਰਦੇ ਨੇ ਵੀ ਖਬਨੀ ਕਿਰਪਾਨ ਹੀ ਮਾਰੂਗਾ ਇਹ, ਖਬਨੀ ਕੀ ਸ਼ਸਤਰਧਾਰੀ ਜੋ ਹੋਇਆ। ਪਰ ਬਾਣੀ ਪੜ੍ਹਨ ਵਾਲਾ ਗੁਰੂ ਕਾ ਸਿੱਖ ਹੈ, ਹਿਰਦਾ ਸਤਸੰਗ ਬਦਾਮ ਵਰਗਾ ਕੋਮਲ ਹੈ। ਗੁਰੂ ਕੇ ਸਿੱਖ ਦਾ ਜਿਹੜਾ ਬਾਣਾ ਰੋਹ ਦਾ ਵਾਲਾ ਹੈ, ਲੇਕਿਨ ਅੰਦਰੋਂ ਕ੍ਰੋਧੀ ਨਹੀਂ ਹੈ।
ਅੰਦਰ ਵਿਸ਼ਿਆਂ ਨਾਲ ਮੱਚਦਾ ਨਹੀਂ ਹੈ, ਅੰਦਰ ਸਦਾ ਹੀ ਸ਼ਾਂਤ ਹੈ ਗੁਰੂ ਕੇ ਸਿੱਖ ਦਾ ਹਿਰਦਾ। ਸੋ ਆਪ ਜੀ ਸਾਧ ਸੰਗਤ ਜੀ, ਆਪ ਗੁਰੂ ਰਾਮਦਾਸ ਸਾਹਿਬ ਜੀ ਮੋਹ ਮਲ ਬਸ ਕੀਓ, ਕਾਮ ਕਾ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਉ ਝਾੜਿਓ, ਜਨਮ ਕਾਰ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ, ਸਿੱਖ ਤਾਰੇ ਸੋ ਪ੍ਰਸੰਨੈ, ਸਿਰ ਆਤ ਪਤ ਸੰਜੋਤ ਬਲ, ਜੋਗ ਭੋਗ ਸੰਜੁਤ ਬਲ, ਗੁਰੂ ਰਾਮਦਾਸ ਸੱਚ ਸੱਲ ਭਣ, ਤੂੰ ਅਟਲ ਰਾਜ ਅਭਗ ਦਲ। ਹੇ ਗੁਰੂ ਰਾਮਦਾਸ ਜੀ, ਤੁਸੀਂ ਐਸੇ ਪਾਤਸ਼ਾਹ ਸੂਰਮੇ ਹੋ, ਸਾਰਿਆਂ ਨੂੰ ਮੋਹ ਢਾਉਂਦਾ ਹੈ ਖਾਲਸਾ ਜੀ। ਬੋਧਾ ਮਾਰਿਆ ਨਾ ਗ੍ਰਸਤੀ ਦੇ ਦਰ ਮੂਹਰੇ ਗੋਦ 'ਚ ਬੈਠਾ ਬੱਚਾ ਨਾ ਗ੍ਰਸਤੀ ਦੀ ਦਾੜੀ ਪੱਟੀ ਜਾਂਦਾ, ਕਦੇ ਨਹੀਂ ਕਹਿੰਦਾ ਕੁਛ, ਕਹਿੰਦਾ ਕੋਈ ਨਹੀਂ ਕੋਈ ਨਹੀਂ, ਕੋਈ ਹੋਰ ਦਾੜੀ ਨੂੰ ਹੱਥ ਲਾ ਕੇ ਦਿਖਾਵੇ ਤਾਂ। ਮੋਹ ਮਲ ਵਸ ਕੀਓ, ਮਹਾਰਾਜ ਦੇ ਨੇੜੇ ਮੋਹ ਨਹੀਂ ਆਉਂਦਾ, ਬੜਾ ਭਾਰੀ ਮੋਹ ਹੈ, ਸਾਰਿਆਂ ਨੂੰ ਲਪੇਟੀ ਫਿਰਦਾ ਕਿ ਨਹੀਂ। ਕਾਮ ਗਾ ਕੇਸ ਪਛਾੜਿਓ, ਜਿਸ ਕਾਮ ਨੇ ਸਾਰੀ ਦੁਨੀਆ ਬਦਲਾ ਕੇ ਰੱਖਦੀ। ਕਾਮ ਕਾਮ ਸਭ ਕੋ ਕਹੇ, ਕਾਮ ਨਾ ਜਾਣੈ ਕੋਏ, ਜੇਤੀ ਮਨ ਕੀ ਕਾਮਨਾ, ਕਾਮ ਕਹਾਵੈ ਸੋਏ। ਹੇ ਕਲ ਮੂਲ ਕ੍ਰੋਧੰ, ਕਦੰਚ ਕਰਨਾ ਨਾ ਉਪਰਜਥੇ, ਕ੍ਰੋਧ ਵੀ ਸਭ ਨੂੰ ਢਾਈ ਜਾਂਦਾ ਹੈ। ਸੋ ਹੇ ਕਾਮੰ ਨਰਕ ਵਿਸਰਾਮੰ, ਬਹੁਤ ਜੋਨੀ ਪ੍ਰਭਾ ਹਾਲਤ ਹੈ ਕਿ ਨਹੀਂ। ਕਾਮ ਗਾ ਕੇਸ ਪਛਾੜਿਓ, ਕਾਮ ਨੂੰ ਤਾਂ ਆਏ ਨੂੰ ਨੇੜਿਓਂ ਕੇਸਾਂ ਤੋਂ ਫੜ ਕੇ ਪੜਕਾ ਕੇ ਮਾਰਿਆ ਪਰੇ। ਇਹੋ ਜਿਹੇ ਸੂਰਮੇ ਗੁਰੂ ਰਾਮਦਾਸ ਜੀ ਹਨ। ਇਹ ਨਾ ਸਮਝਿਓ ਕਿ ਛੇਵੇਂ ਪਾਤਸ਼ਾਹੀ ਸੂਰਮੇ, ਗੁਰੂ ਸਾਹਿਬ ਸੰਗਤ ਜੀ ਸੂਰਮੇ ਹਨ ਗੁਰੂ ਨਾਨਕ ਦੇ। ਬਾਬੇ ਜਿੱਤੀ ਸਿੱਧ ਮੰਡਲੀ, ਕੀਤੋ ਸੂ ਆਪਣਾ ਪੰਥ ਨਿਰਾਲਾ, ਕੀ ਸਿੱਧਾਂ ਦੇ ਨਾਲ ਜੰਗ ਨਹੀਂ ਹੋਇਆ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ। ਇਸ ਕਰਕੇ ਆਪਣੇ ਘਰ ਵਿੱਚ ਸੂਰਮਤਾਈ ਦਾ ਵੀ ਗੁਣ ਹੈ। ਜਿਹੜਾ ਗੁਰੂ 'ਚ ਗੁਣ ਹੁੰਦਾ ਉਹ ਭਾਈ ਚੇਲਿਆਂ 'ਚ ਹੁੰਦਾ ਹੈ। ਜੋ ਗੁਰੂ ਵੀ ਸੂਰਮੇ ਹਨ, ਨਾਲੇ ਗੁਰੂ ਕੇ ਸਿੱਖ ਵੀ ਸੂਰਮੇ ਹਨ। ਗੁਰੂ ਵੀ ਭਾਈ ਭਉ ਭਗਤੀ ਦੇ ਸਹਿਤ ਲੀਨ ਹਨ, ਲੇਕਿਨ ਗੁਰੂ ਕੇ ਸਿੱਖ ਵੀ ਭਉ ਭਗਤੀ ਵਿੱਚ ਲੀਨ ਹਨ। ਇਹ ਵਿਸ਼ੇਸ਼ਤਾ ਹੀ ਹੈ ਕਲਯੁਗ ਦੇ ਸਮੇਂ ਵਿੱਚ ਇਸ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ। ਸੋ ਆਪ ਜੀ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ, ਭਾਈ ਗੁਰਦਾਸ ਜੀ ਬੈਠਾ ਸੋਢੀ ਪਾਤਸ਼ਾਹ, ਪਾਤਸ਼ਾਹ ਦੇ ਪਾਤਸ਼ਾਹ ਸੋਢ ਵੰਸ਼ ਦੇ ਸੂਰਜ ਰੂਪ ਗੁਰੂ ਰਾਮਦਾਸ ਸਾਹਿਬ ਜੀ ਤਖਤ ਤੇ ਬੈਠੇ। ਰਾਮਦਾਸ ਸਤਿਗੁਰੂ ਕਹਾਵੈ, ਕੀ ਕਹਾਉਂਦੇ ਆ? ਸਤਿਗੁਰੂ ਰਾਮਦਾਸ ਸਾਹਿਬ ਜੀ ਹਨ। ਇੱਥੇ ਦੇਖੋ ਤ੍ਰੇਤੇ ਯੁੱਗ ਦਾ ਬਚਨ ਵਰ ਦਿੱਤਾ ਹੋਇਆ ਨਾ, ਕਲਯੁਗ ਦੇ ਚ ਆ ਕੇ ਪ੍ਰਗਟ ਹੋਇਆ। ਇੱਥੇ ਅਸੀਂ ਕਹਿੰਦੇ ਗਰੀਬ ਸੀ ਜੀ, ਜੇਠਾ ਨੌ ਸੀ ਜੀ, ਮਸਾਂ ਜੀ ਗਰੀਬੀ 'ਚ ਇਹੋ ਜਿਹੇ ਵਚਨ ਕਹੀਦੇ ਆ ਗੁਰੂ ਸਾਹਿਬ ਨੂੰ। ਖਾਲਸਾ ਜੀ ਪਾਤਸ਼ਾਹ ਦੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਸਦਾ ਅਕਾਲ ਪੁਰਖ ਦਾ ਰੂਪ ਹਨ। ਪੂਰਨ ਤਾਲ ਖਟਾਇਆ, ਫਿਰ ਕੀ ਪਰਉਪਕਾਰ ਕੀਤਾ ਖਾਲਸਾ ਜੀ। ਗੁਰੂ ਅਮਰਦਾਸ ਜੀ ਦਾ ਹੁਕਮ ਮੰਨਿਆ। ਜਿਹੜਾ 84 ਪਿੰਡਾਂ ਦਾ ਪਟਾ ਅਕਬਰ ਨੇ ਗੋਬਿੰਦਵਾਲ ਸਾਹਿਬ ਆ ਕੇ ਭੇਟਾ ਕੀਤਾ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਨਾਇਓ, ਗਇਓ ਦੁਖ ਦੂਰ ਬਰਖਣ ਕੋ, ਸੋ ਗੁਰਮੁਖ ਦੇਖ ਗਰੂ ਕਿਸ ਪਾਇਓ। ਕੀ ਮਹਿਮਾ ਕਰਾਂਗੇ ਭਾਈ ਗੋਬਿੰਦਵਾਲ ਸਾਹਿਬ ਦੀ। 22 ਸਾਲ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਕੀਤੀ, ਕੋਈ ਮਰਿਆ ਹੀ ਨਹੀਂ ਖਾਲਸਾ ਜੀ। ਦੇਖ ਪ੍ਰਤਾਪ ਸੁਤ ਪਾਣ ਡਰਿਓ, ਗੁਰਬਾਣੀ ਦੀ ਗਵਾਹੀ। ਇਹ ਗੁਰੂ ਅਮਰਦਾਸ ਜੀ ਤੁਹਾਡਾ ਪ੍ਰਤਾਪ ਦੇਖ ਕੇ ਸੂਰਜ ਦਾ ਪੁੱਤਰ ਧਰਮ ਰਾਜਾ ਡਰਦਾ ਸੀ। ਦੌਤਾ ਜਮਾ ਨੂੰ ਕਹਿੰਦਾ ਉੱਥੇ ਨਹੀਂ ਜਾਣਾ ਕਿਸੇ ਨੇ। ਐਡਾ ਵੱਡਾ ਪ੍ਰਤਾਪ। ਆਪ ਜੀ ਨੇ ਸਾਧ ਸੰਗਤ ਜੀ ਜਿਸ ਵੇਲੇ ਚਿਤੌੜ ਦਾ ਕਿਲਾ ਮਹਾਰਾਜ ਦੇ ਬਾਕਾਂ ਨਾਲ ਫਤਿਹ ਹੋਇਆ ਅਕਬਰ ਦਾ, ਇਹ 84 ਪਿੰਡ ਸਾਧ ਸੰਜੀ ਭੇਟਾ ਕੀਤੇ। ਮਹਾਰਾਜ ਨਿਰਲੇਪ ਰਹਿੰਦੇ ਸੀ। ਉਸ ਵੇਲੇ ਬੀਬੀ ਭਾਨੀ ਜੀ ਦੇ ਨਾਂ ਲਵਾ ਦਿੱਤੇ ਖਾਲਸਾ ਜੀ। ਬੀਬੀ ਭਾਨੀ ਕਹਿਣ ਲੱਗੀ, ਹੈ ਪਿਤਾ ਜੀ ਮੇਰੇ ਸਿਰ ਦਾ ਤਾਜ ਗੁਰੂ ਰਾਮਦਾਸ ਜੀ ਨੇ, ਇਹਨਾਂ 'ਤੇ ਕਿਰਪਾ ਕਰੋ। ਸਾਧ ਸੰਗਤ ਜੀ ਇਹ ਜਿਹੀ ਨਗਰੀ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਆ ਕੇ ਨਾ ਸਰੋਵਰ ਦਾ ਟੱਕ ਸੀ ਜਿਹੜਾ ਗੁਰੂ ਅਮਰਦਾਸ ਜੀ ਨੇ ਲਵਾਇਆ ਗੁਰੂ ਰਾਮਦਾਸ ਜੀ ਤੋਂ। ਸੋ ਤਾਂ ਇਹ ਬਚਨ ਕਹੇ ਹੈ, ਪੂਰਨ ਤਾਲ ਖਟਾਇਆ, ਸੰਪੂਰਨ ਸਾਧ ਸੰਜੀ ਸਰੋਵਰ ਦੀ ਆਰੰਭਤਾ ਹੋਈ। ਪੰਜਵੇਂ ਪਾਤਸ਼ਾਹ ਨੇ ਸੰਪੂਰਨ ਕੀਤਾ ਹਰਿਮੰਦਰ ਸਾਹਿਬ ਦੀ ਰਚਨਾ। ਨਾਲ ਹੀ
ਸਾਰਾ ਸਰੋਵਰ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ। ਅੰਮ੍ਰਿਤ ਸੱਚ ਪ੍ਰਕਾਸ਼ ਕਰ ਰਹੇ ਨੇ ਆਪ। ਉਲਟਾ ਖੇਲ ਖਸਮ ਦਾ, ਇਹ ਭਾਈ ਅਕਾਲ ਪੁਰਖ ਦਾ ਉਲਟਾ ਖੇਲ ਹੈ। ਉਲਟੀ ਗੰਗ ਸਮੁੰਦ ਸਮਾਵੇ। ਉਲਟੀ ਗੰਗਾ ਜਿਹੜੀ ਆ ਸਤਸੰਗ ਜੀ ਗੰਗਾ ਅੰਮ੍ਰਿਤ ਮੰਨੇ ਹੈ। ਕਿਉਂ ਕਰੋ ਢਾਈ ਧਰਤੀ ਮੰਗੀ ਬਾਵਨ ਰੂਪ ਬਹਾਨੇ। ਜਿਸ ਵੇਲੇ ਢਾਈ ਕਰਮਾਂ ਕੀਤਾ ਹੈ ਸਾਰੇ ਬ੍ਰਹਮੰਡਾਂ ਨੂੰ, ਉਸ ਵੇਲੇ ਜਦੋਂ ਬ੍ਰਹਮ ਲੋਕ ਵਿੱਚ ਚਰਨ ਗਿਆ ਨਾ, ਉਸ ਵੇਲੇ ਬ੍ਰਹਮਾ ਨੇ ਭਗਵਾਨ ਦੇ ਚਰਨਾਂ ਦਾ ਅੰਮ੍ਰਿਤ ਲੱਭਦਾ ਕਿਤੇ, ਜਦੋਂ ਹੀ ਧੋ ਕੇ ਆਪਦੇ ਕਰਮੰਡਲ ਚ ਪਾ ਲੇ। ਉਹ ਗੰਗਾ ਦੀ ਉਤਪਤੀ ਹੈ। ਤਪੈ ਜਾਂ ਭਾਵੀਰਥ ਜਾਨਵੀ ਤਪੈ ਭਾਗੀਰਥ ਆਣੀ, ਕੇਦਾਰ ਥਾਪਿਓ ਮੈਂ ਸਾਈ, ਕਾਂਸੀ ਕ੍ਰਿਸ਼ਨ ਚਰਾਵਤ ਗਾਉ, ਮਿਲ ਜਨ ਹਰ ਜਨ ਸੋਭਾ ਪਾਈ। ਇਹ ਗੁਰਬਾਣੀ ਦੀ ਗਵਾਹੀ ਹੈ। ਸੋ ਸਾਧ ਸੰਗਤ ਜੀ, ਆਪਣੇ ਘਰ ਵਿੱਚ ਵੀ 9 ਪਾਤਸ਼ਾਹੀਆਂ ਤੱਕ ਆਪਾਂ ਚਰਨ ਘੌੜੀ ਲੈਂਦੇ ਰਹੇ। 239 ਸਾਲ ਗੁਰੂ ਕੇ ਦੇਹ ਧਾਰ ਕੇ ਆਪਾਂ ਨੂੰ ਉਪਦੇਸ਼ ਦਿੰਦੇ ਰਹੇ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਗੁਰਤਾ ਗੱਦੀ ਦੇ ਮਾਲਕ ਬਣੇ। ਨਹੀਂ ਤਾਂ ਪੋਥੀ ਸਾਹਿਬ ਕਿਆ ਗਏ, ਪੋਥੀ ਪਰਮੇਸ਼ਰ ਕਾ ਥਾਂ। ਸੋ ਸਾਧ ਸੰਗਤ ਜੀ, ਭਾਵ ਕਿ ਉਦੋਂ ਕੀ ਮਰਜ਼ਾਦਾ ਸੀ। ਜੇ ਕਿਸੇ ਨੇ ਸਿੱਖੀ ਧਾਰਨੀ ਹੈ, ਗੁਰੂ ਕੇ ਚਰਨ ਧੋ ਕੇ, ਚਰਨ ਧੋਏ ਰਹਿ ਰਾਸ ਕਰ, ਗੁਰਸਿੱਖਾਂ ਅੰਮ੍ਰਿਤ ਪੀ ਲਾਇਆ। ਇੰਨੇ 239 ਸਾਲ ਆਪਾਂ ਚਰਨ ਘੌੜੀ ਲੈਂਦੇ ਰਹੇ ਖਾਲਸਾ ਜੀ। ਮਹਾਰਾਜ ਨੇ ਅਖੰਡੇ ਦਾ ਅੰਮ੍ਰਿਤ ਕਿਉਂ ਕੀਤਾ ਖਾਲਸਾ ਜੀ? ਪਤਾ ਸੀ ਕਲਯੁਗ ਆ ਰਿਹਾ ਹੈ, ਪਖੰਡੀ ਸਾਧ ਇਕੱਠੇ ਹੋ ਕੇ ਨਾ ਸਾਡੇ ਸਿੱਖਾਂ ਨੂੰ ਪੈਰ ਧੋ ਧੋ ਕੇ ਪਿਆਈ ਜਾਇਆ ਕਰਨਗੇ। ਮਹਾਰਾਜ ਨੇ ਭਾਈ ਮਰਜ਼ਾਦਾ ਬਦਲਤੀ। ਕਹਿੰਦੇ ਭਾਈ ਵਾਸਤਵ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਹੈ, ਖੰਡੇ ਬਾਟੇ ਨੂੰ ਵਰਤਿਆ ਗਿਆ ਹੈ। ਅੰਮ੍ਰਿਤ ਤੋਂ ਭਾਈ ਨਾਮ ਹੈ ਸਭ ਤੋਂ ਵੱਡਾ। ਅੰਮ੍ਰਿਤ ਹੈ ਜਿਹੜਾ ਪਰਮੇਸ਼ਰ ਦਾ ਨਾਮ। ਅੰਮ੍ਰਿਤ ਬੜੇ ਥਾਵਾਂ 'ਤੇ ਮੰਨਿਆ। ਕੋਈ ਕਹਿੰਦਾ ਚੰਦਰਮਾ 'ਚ ਹੈ, ਕੋਈ ਕਹਿੰਦਾ ਸਵਰਗ ਵਿੱਚ ਹੈ, ਕੋਈ ਕਹਿੰਦਾ ਸਮੁੰਦਰ ਵਿੱਚ ਹੈ। ਬੜੇ ਥਾਵਾਂ 'ਤੇ ਸਭ ਸੰਜੀ। ਪਰ ਲੇਕਿਨ ਹਨੂਮਾਨ ਨੂੰ ਪੁੱਛਿਆ ਸੀ ਰਾਮਚੰਦਰ ਜੀ ਨੇ ਰਿਖੀਆਂ ਦੀ ਸਭਾ 'ਚ, ਹੇ ਹਨੂਮਾਨ ਅੰਮ੍ਰਿਤ ਦੱਸ ਕਿੱਥੇ ਹੈ? ਕਹਿੰਦਾ ਸੰਗਿਆ ਸੁਦਾਮਾ ਮਹਤਾਓ ਜਨਾ। ਹੇ ਭਗਵਾਨ, ਮੈਨੂੰ ਤਾਂ ਇਹ ਪਤਾ ਲੱਗਿਆ ਅੰਮ੍ਰਿਤ ਜਿਹਨੂੰ ਕਹਿੰਦੇ ਆ ਉਹ ਮਹਾਤਮਾ ਜਨਾਂ ਦੀ ਸੰਗਤ ਵਿੱਚ ਹੈ। ਗੁਰਸਿੱਖ ਬੋਲਦੇ ਅੰਮ੍ਰਿਤਮਈ ਬਾਣੀ। ਅੰਮ੍ਰਿਤ ਨਹੀਂ ਝਰਦਾ ਤਾਂ ਹੋਰ ਕੀ ਹੈ? ਝਰਨਾ ਝਰਦਾ ਨਿਜਰੋਂ, ਗੁਰਮੁਖ ਬਾਣੀ ਅਗੜ ਕਢਾਵੇ। ਨਾ ਘੜੇ ਜਾਣ ਵਾਲੇ ਮਨ ਨੂੰ ਗੁਰੂ ਕੇ ਸਿੱਖ ਘੜ ਲੈਂਦੇ ਨੇ। ਜਿਹੜਾ ਈਰਖਾ ਦੀਆਂ ਖੁੰਗੀਆਂ ਵਾਲਾ ਜਿਹੜਾ ਮਨ ਹੈ, ਇਹਨੂੰ ਸਿੱਧਾ ਕਰ ਲੈਂਦੇ ਆ ਸਤ ਸੰਗਤ ਜੀ ਗੁਰਬਾਣੀ ਦੁਆਰਾ। ਦਿੱਤਾ ਲਈਏ ਆਪਣਾ, ਇਹ ਦਿੱਤਾ ਹੋਇਆ ਸੀ ਜਿਹੜਾ ਖਾਲਸਾ ਜੀ ਕੀ ਰਾਜ ਭਾਗ ਦੇਤਾ ਕਿ ਨਹੀਂ, ਉਹ ਲਿਆ ਹੈ ਆਪਣਾ। ਅਣ ਦਿੱਤਾ ਕੁਛ ਹੱਥ ਨਾ ਜੇ ਕਿਸੇ ਨੇ ਨਹੀਂ ਆਵੇ, ਦਿੱਤਾ ਭਾਈ ਫਿਰ ਉਹਦੇ ਹੱਥ ਨਹੀਂ ਆਉਂਦਾ। ਫਿਰ ਆਈ ਘਰ ਅਰਜਣੇ। ਫਿਰ ਖਾਲਸਾ ਜੀ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਬੈਠੇ। ਪੁੱਤ ਸੰਸਾਰੀ ਗੁਰੂ ਕਹਾਵੇ। ਸੰਸਾਰੀ ਮਹਾਰਾਜ ਗ੍ਰਸਤੀ ਬਣੇ ਨਾ ਕਿ ਨਹੀਂ। ਮੌ ਸਾਹਿਬ ਆਪ ਜੀ ਦੀ ਸ਼ਾਦੀ ਹੋਈ, ਮਾਤਾ ਗੰਗਾ ਜੀ ਸੁਭਾਏਮਾਨ ਹੋਏ ਔਰ 6ਵੇਂ ਪਾਤਸ਼ਾਹ ਨੇ ਅਵਤਾਰ ਧਾਰਿਆ। ਗੁਰੂ ਰਾਮਦਾਸ ਜੀ ਦੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਦੇ ਮਾਲਕ ਬਣੇ। ਜਾਣ ਨਾ ਦੇਸਾਂ ਸੋਢੀਆਂ। ਉਸ ਵੇਲੇ ਆਵਾਜ਼ ਦਿੱਤੀ ਖਾਲਸਾ ਜੀ ਕੀ ਨੇ? ਬੀਬੀ ਭਾਨੀ ਨੇ, ਜੋ ਗੁਰੂ ਅਮਰਦਾਸ ਜੀ ਦੀ ਪੁੱਤਰੀ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਾਤਾ ਜੀ ਹੈ। ਇਸ ਨੇ ਕੀ ਕਿਹਾ? ਹੇ ਪਿਤਾ ਜੀ, ਆਹ ਜਿਹੜੀ ਗੁਰਤਾ ਗੱਦੀ ਹੈ ਮੇਰੇ ਪੁੱਤ ਪੋਤੇ ਹੀ ਮਾਲਕ ਬਣਨੇ ਦੇ। ਗੁਰੂ ਅਮਰਦਾਸ ਜੀ ਕਹਿੰਦੇ ਪੁੱਤਰੀ ਇਹ ਤੇਰੇ ਵਾਸਤੇ ਠੀਕ ਨਹੀਂ। ਇਹ ਤਾਂ ਸੇਵਕ ਦੀ ਵਸਤੂ ਹੈ, ਪੁੱਤਰ ਧੀ ਦੀ ਨਹੀਂ ਹੈ। ਕਿ ਸ੍ਰੀ ਚੰਦਰ ਹੁਣਾਂ ਨੂੰ ਦੇ ਦਿੱਤੀ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੂੰ ਬਖਸ਼ ਕੀਤੀ। ਕੀ ਗੁਰੂ ਅੰਗਦ ਦੇਵ ਦਾਤੂ ਦਾਸ ਨੂੰ ਦੇ ਦਿੱਤੀ? ਦਾਤੂ ਆਇਆ ਗੁੱਸੇ ਦਾ ਮਾਰਿਆ ਹੋਇਆ ਖੰਡੂਰ ਸਾਹਿਬ ਤੋਂ, ਮਹਾਰਾਜ ਸਿੰਘਾਸਣ ਤੇ ਬੈਠੇ, ਛਾਤੀ 'ਚ ਲੱਤ ਮਾਰੀ ਗੁਰੂ ਅਮਰਦਾਸ ਜੀ ਦੇ। ਕਹਿੰਦੇ ਸਾਡੇ ਘਰ ਪਾਣੀ ਢੋਂਦਾ ਢੋਂਦਾ ਇੱਥੇ ਗੱਦੀ ਲਾ ਕੇ ਬਹਿ ਗਿਆ। ਮਹਾਰਾਜ ਕੁਛ ਨਹੀਂ ਬੋਲੇ, ਥੱਲੇ ਡਿੱਗ ਕੇ ਕਹਿੰਦੇ ਤੂੰ ਗੁਰੂ ਕਾ ਪੁੱਤਰ ਹਾਂ, ਤੇਰੇ ਚਰਨਾਂ ਤੇ 6 ਵਜੇ ਮੇਰੇ ਹੱਡ ਬੁੜੇ ਦੇ ਕੈੜੇ ਨੇ। ਇੰਨੀ ਨਿਮਰਤਾ ਗੁਰੂ ਅਮਰਦਾਸ ਜੀ ਨੇ ਧਾਰੀ ਖਾਲਸਾ ਜੀ।
ਉੱਥੋਂ ਉੱਠ ਕੇ ਚਲੇ ਗਏ। ਉਹ ਸੰਨ ਸਾਹਿਬ ਗੁਰਦੁਆਰੇ ਨੂੰ ਕੌਣ ਨਹੀਂ ਜਾਣਦਾ, ਉੱਥੇ ਜਾ ਕੇ ਵੇਲੇ ਬਾਬਾ ਬੁੱਢਾ ਜੀ ਨੇ ਪ੍ਰਗਟ ਕੀਤੇ। ਭਾਵ ਕਿ ਇਹ ਗੁਰਤਾ ਗੱਦੀ ਗੁਰੂ ਸ਼ਿਸ਼ ਦੀ ਚਲੀ ਆ ਰਹੀ ਸੀ। ਗੁਰੂ ਅਮਰਦਾਸ ਜੀ ਨੇ ਸਤਸੰਗ ਜਿਸ ਵੇਲੇ ਗੁਰੂ ਰਾਮਦਾਸ ਜੀ ਨੂੰ ਬਖਸ਼ ਕੀਤੀ ਹੈ, ਬੀਬੀ ਭਾਨੀ ਕਹਿੰਦੀ ਮਹਾਰਾਜ ਮੇਰੀ ਬੰਸ ਵਿੱਚ ਹੀ ਗੁਰਤਾ ਗੱਦੀ ਰਹੇ। ਸਤਿਗੁਰੂ ਅਮਰਦਾਸ ਕਹਿੰਦੇ ਬੀਬੀ ਇਹ ਸੇਵਕ ਦੀ ਵਸਤੂ ਹੈ, ਇਹ ਪੁੱਤਰਾਂ ਧੀਆਂ ਦੀ ਨਹੀਂ। ਕਹਿਣ ਲੱਗੀ ਮਹਾਰਾਜ ਜੇ ਮੇਰੀ ਸੇਵਾ ਤੇ ਤੁੱਠੇ ਹੋ ਤਾਂ ਮੇਰੀ ਇਹ ਬੇਨਤੀ ਮੰਨ ਲਓ, ਮੇਰੇ ਪੁੱਤ ਧੀਓ ਹੀ ਗੁਰੂ ਬਣ। ਕਹਿੰਦੇ ਚੰਗਾ ਤੇਰੇ ਪੁੱਤਰ ਧੀ ਬਣ ਗਏ ਗੁਰੂ, ਲੇਕਿਨ ਕਸ਼ਟ ਬਹੁਤ ਝੱਲਣੇ ਪੈਣਗੇ। ਕਹਿੰਦੀ ਹੇ ਪਿਤਾ ਜੀ ਇਹ ਵੀ ਵਰ ਦੇ ਦਿਓ ਕਿ ਜੇ ਕਸ਼ਟ ਆਉਣ ਤਾਂ ਡੋਲਣ ਨਾ। ਕੀ ਤੱਤੀ ਤਵੀ ਤੇ ਬੈਠ ਕੇ ਡੋਲ ਗਏ, ਕੀ ਸਾਹਿਬਜ਼ਾਦੇ ਸਤ ਸੰਜੀ ਨਿਵਾਂ ਚ ਚਣਤੇ ਬੇਅੰਤ ਗੁਰੂ ਕੇ ਸਤ ਸੰਜੀ ਡੋਲੇ ਤਾਂ ਨਹੀਂ ਹੈ। ਸੋ ਇੰਨੀਆਂ ਸ਼ਹੀਦੀਆਂ ਪਾਈਆਂ। ਸੋ ਤਾਂ ਆਪ ਜੀ ਕਹਿੰਦੇ ਆ, ਕਹਿੰਦੀ ਦੇਣ ਨਾ ਦਾ ਜਾਣ ਨਾ ਦੇਸਾਂ ਸੋਢੀਆਂ, ਕਿ ਮੈਂ ਸੋਢ ਵੰਸ਼ ਵਿੱਚੋਂ ਗੁਰਤਾ ਗੱਦੀ ਜਾਣ ਨਹੀਂ ਦੇਣੀ। ਹੋਰਸ ਅਜਰ ਨਾ ਜਰਿਆ ਜਾਵੇ, ਜਿਹੜੀ ਜਰ ਸ਼ਕਤੀ ਹੈ ਹੋਰ ਤੋਂ ਜਰੀ ਵੀ ਨਹੀਂ ਸੀ ਜਾਣੀ। ਇਹ ਸਤ ਸੰਗਤ ਜੀ ਜਰਨ ਵਾਲੇ ਗੁਰੂ ਹੀ ਹਨ। ਘਰ ਹੀ ਕੀ ਵਥ ਘਰੇ ਰਹਾਵੇ। ਬੀਬੀ ਕਹਿੰਦੀ ਮਹਾਰਾਜ ਘਰ ਦੀ ਜਿਹੜੀ ਵਸਤੂ ਮੈਨੂੰ ਮਿਲੀ ਆ ਨਾ ਗੁਰਤਾ ਗੱਦੀ ਸੋਢ ਵੰਸ਼ ਵਿੱਚ, ਸਾਡੀ ਸੋਢ ਵੰਸ਼ ਵਿੱਚ ਹੀ ਰਹੇ। 5 ਪਿਆਲੇ 5 ਪੀਰ। ਉਸ ਤੋਂ ਬਾਅਦ ਖਾਲਸਾ ਜੀ 5 ਪਿਆਲੇ 5 ਪੀਰ, ਸਤ ਸੰਤੋਖ ਦਇਆ ਧਰਮ ਆਤਮ ਵਿਚਾਰ ਸਤ ਸਦੀ, ਇਹ 5 ਸੀ ਜਿਹੜੇ ਸਤ ਸੰਗਤ ਜੀ ਅੰਮ੍ਰਿਤ ਰੂਪ ਬਾਟੇ। ਇਹ ਆਪਾਂ ਨੂੰ ਪਿਆਉਂਦੇ ਸੀ ਪੰਜੇ ਗੁਰੂ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ। ਛਠਮ ਪੀਰ ਬੈਠਾ ਗੁਰ ਭਾਰੀ। ਛਠਵੇਂ ਪੀਰ ਕੌਣ ਬੈਠੇ ਭਾਈ? ਪਹਿਲੇ 5 ਗੁਰੂ ਹੋਰ ਹੌਲੇ ਸੀ ਬਈ ਇਹੀ ਭਾਰੇ। ਗੁਰੂ ਘਰ ਵਿੱਚ ਸ਼ਸਤਰ ਵਿਦਿਆ ਆਈ। ਅੱਜ ਵੀ ਤਖਤਾਂ ਦੇ ਜਾ ਕੇ ਦਰਸ਼ਨ ਕਰੋ, ਉੱਚੇ ਥਾਵਾਂ ਤੇ ਤਾਂ ਭਾਈ ਸ਼ਸਤਰ ਸਜਦੇ ਆ। ਗੁਰੂ ਗ੍ਰੰਥ ਸਾਹਿਬ ਥੱਲੇ ਕੋਈ ਮਨਮਤ ਤਾਂ ਨਹੀਂ ਹੈ। ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭੇਅੰਗ ਨਮਸਕਾਰ ਤੇਅੰਗ, ਅਸਕਰ ਪਾਨ ਖੰਡੋ ਖੜਗ ਤੁਕ ਤਵਰ ਤੀਰ, ਸਾਹਿਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ। ਸ਼ਾਸਤਰ ਵੀ ਆਪਣੇ ਖਾਲਸਾ ਜੀ ਗੁਰੂ ਹਨ। ਸ਼ਾਸਤਰਾਂ ਵਿੱਚੋਂ ਵਿਸ਼ੇਸ਼ ਕਰਕੇ ਸ੍ਰੀ ਸਾਹਿਬ ਆਪਣਾ ਗੁਰੂ ਹੈ। ਅਰਦਾਸ ਸੁਣੋ ਹਰਿਮੰਦਰ ਸਾਹਿਬ ਤੋਂ ਵੀ, ਹੋਰ ਵੀ ਜਿੱਥੇ ਖਾਲਸਾ ਅਰਦਾਸਾਂ ਕਰਦਾ ਉੱਥੇ ਆਪਾਂ ਕਹਿੰਦੇ ਆ ਹੇ ਗੁਰੂ ਸਾਹਿਬ ਜੀ ਸਭ ਥਾਈਂ ਹੋਣਾ ਜੀ ਸਹਾਏ। ਲੇਕਿਨ ਇਹ ਵੀ ਕਹਿੰਦੇ ਆ ਸ੍ਰੀ ਸਾਹਿਬ ਜੀ ਸਹਾਏ। ਕਦੇ ਪਿਸਤੌਲ ਜੀ ਸਹਾਏ ਕਿਹਾ, ਕੋਈ ਹੋਰ ਸ਼ਸਤਰ ਦਾ ਨਾਮ ਲਿਆ ਹੈ? ਇਹੀ ਮਹਾਰਾਜ ਨੇ ਸ਼ਸਤਰਾਂ ਨੂੰ ਆਪਣੇ ਗਾਤਰੇ ਪਹਿਨਾ, ਆਦਿ ਸ਼ਕਤੀ ਹੈ ਇਹ। ਸੋ ਪ੍ਰੇਮੀਓ ਇਸ ਕਰਕੇ ਜਿਹੜੀ ਗੁਰੂ ਘਰ ਦੀ ਜਿਹੜੀ ਅਚਲ ਮਰਜ਼ਾਦਾ ਇਹ ਪਖੰਡ ਦੇ ਨਾਲ ਨਹੀਂ ਬਣਾਈ ਹੋਈ। ਇਹ ਤਿੰਨੇ ਕਾਲ ਹੀ ਸੱਚੀ ਹੈ, ਇਹਦੇ 'ਚ ਕਦੇ ਵੀ ਸ਼ੰਕਾ ਨਹੀਂ ਕਰਨੀ ਹੈ। ਸੋ ਆਪ ਜੀ ਨੇ ਸਤ ਸੰਗਤ ਜੀ ਬੈਠ ਅਕਾਲ ਤਖਤ ਰਚ ਕੇ ਬਾਬਾ ਬੁੱਢਾ ਜੀ ਪਹਿਲੀ ਪ੍ਰਥਾ ਅਨੁਸਾਰ ਸੇਲੀ ਟੋਪੀ ਉਹ ਦੋਨੋਂ ਚਿੰਨ੍ਹ ਦੇਣ ਲੱਗੇ ਸੀ। ਉਹ ਸੇਲੀ ਸਤ ਸੰਗਤ ਜੀ ਉੱਨ ਵਾਲੇ ਧਾਗੇ ਨੂੰ ਕਹਿੰਦੇ ਆ ਉਦਾਸੀ, ਉਹਦਾ ਪ੍ਰਯੋਗ ਕਰਦੇ ਆ। ਮਹਾਰਾਜ ਕਹਿਣ ਲੱਗੇ ਬਾਬਾ ਜੀ ਹੁਣ ਇਹ ਨਹੀਂ ਪਹਿਨਣੀ, ਇਹਨੂੰ ਨਾ ਤੋਸ਼ੇ ਖਾਨੇ 'ਚ ਸਤਿਕਾਰ ਨਾਲ ਜਮ੍ਹਾਂ ਕਰ ਦਿਓ, ਸਿੱਟੀ ਨਹੀਂ ਹੈ। ਕਹਿੰਦੇ ਕਿਰਪਾਨ ਲਿਆਓ। ਬਾਬਾ ਜੀ ਕਦੇ ਕਿਰਪਾਨ ਫੜੀ ਨਹੀਂ ਸੀ, ਉਹ ਸੱਜੇ ਪਾਸੇ ਨੂੰ ਪਾਤੀ। ਹੁਣ ਜਿਹੜਾ ਸੱਤ ਵਕਤਾ ਹੁੰਦਾ ਨਾ ਜਾਂ ਬ੍ਰਹਮੇਤਾ, ਉਹ ਕਦੇ ਵੀ ਉਹਦੇ ਹੱਥੋਂ ਗਲਤੀ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ। ਜਿਸ ਵੇਲੇ ਬਾਬਾ ਜੀ ਲਾਹ ਕੇ ਦੂਜੇ ਪਾਸੇ ਪਾਉਣ ਲੱਗੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਬਾਬਾ ਜੀ ਲਾਉਣੀ ਨਹੀਂ ਹੈ, ਇੱਧਰ ਨੂੰ ਰਹਿਣ ਦਿਓ। ਹੁਣ ਦੂਜੀ ਕਿਰਪਾਨ ਲਿਆਓ। ਉਹ ਦੂਜੀ ਲਿਆਈ ਫਿਰ ਖੱਬੇ ਪਾਸੇ ਜਿਵੇਂ ਆਪਾਂ ਪਾਉਂਦੇ ਹਾਂ। ਮਹਾਰਾਜ ਕਹਿੰਦੇ ਭਾਈ ਆਹ ਪੀਰੀ ਦੀ ਸੱਜੇ ਪਾਸੇ, ਆਹ ਮੀਰੀ ਦੀ। ਤਾਂ ਆਪਾਂ ਕਹਿੰਦੇ ਭਾਈ ਮਹਾਰਾਜ ਮੀਰੀ ਪੀਰੀ ਦੇ ਮਾਲਕ। ਛਠਮ ਪੀਰ ਬੈਠਾ ਗੁਰ ਭਾਰੀ, ਗੁਰੂ ਭਾਰੀ ਸੱਚੇ ਪਾਤਸ਼ਾਹ ਤਖਤ ਦੇ ਉੱਤੇ ਸੁਭਾਏਮਾਨ ਹੋਵੇ। ਪਹਿਲਾਂ ਗੁਰਤਾ ਗੱਦੀ ਸੀ ਇਕੱਲੀ, ਫਿਰ ਤਖਤ ਵੀ ਹੈ ਤੇ ਗੁਰਤਾ ਗੱਦੀ ਦੋਨੋਂ ਇਕੱਠੇ ਹੋ ਗਏ ਖਾਲਸਾ ਜੀ।
ਸੋ ਲਗਾਤਾਰ ਚੱਲੀ ਆਈ ਹੈ। ਅਰਜਨ ਕਾਇਆ ਪਲਟ ਗੁਰੂ ਅਰਜਨ ਕੇ ਦੇਵ ਜੀ ਦਾ ਸਰੂਪ ਬਦਲ ਕੇ ਮੂਰਤ ਹਰ ਗੋਬਿੰਦ ਸਵਾਰੀ। ਗੁਰੂ ਹਰਗੋਬਿੰਦ ਸਾਹਿਬ ਸਰੂਪ ਧਾਰਿਆ ਹੈ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਐ, ਦੇਹੀ ਬਦਲੀ ਹੈ, ਜੋਤ ਵੀ ਉਹੀ ਹੈ। ਭਾਈ ਗੁਰੂ ਨਾਨਕ ਦੇਵ ਜੀ ਜੁਗਤ ਵੀ ਉਪਦੇਸ਼ ਦੇਣ ਦੀ ਉਹੀ ਹੈ, ਕੋਈ ਫਰਕ ਨਹੀਂ। ਚੱਲੀ ਪੀੜੀ ਸੋਢੀਆਂ ਇਹ ਸੋਢ ਵੰਸ਼ ਦੀ ਪੀੜ੍ਹੀ ਸਤਸੰਗ ਜੀ ਚੱਲ ਪਈ। ਰੂਪ ਦਿਖਾਵਣ ਵਾਰੋ ਵਾਰੀ ਵਾਰੀ। ਰੂਪ ਦਿਖਾਰੇ ਸੁਭਾਏਮਾਨ। ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ ਗੁਰ ਤਗਤ ਜੀ ਦੇ ਮਾਰਗ ਬਣੇ। ਉਸ ਤੋਂ ਬਾਅਦ ਅੱਠਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਸਜੇ। ਦਲ ਭੰਜਨ ਗੁਰ ਸੂਰਮਾ ਆਪ ਦੇ ਲਕਸ਼ਣ ਕੈਸੇ ਨੇ? ਦਲ ਭੰਜਨ ਗੁਰ ਸੂਰਮਾ। ਬੈਰੀਆਂ ਦੇ ਮਲੇਸ਼ਾਂ ਦੇ ਦਲ ਨੂੰ ਭੰਨ ਕੇ ਰੱਖ ਦਿੱਤਾ। 4 ਜੰਗ ਆਪਣੇ ਖਾਲਸਾ ਜੀ ਕੀਤੇ। ਅਬਦੁਲ ਖਾਨ ਸੂਬਾ ਮੁਗਲ ਖਾਂ ਸੂਬਾ ਲਾਹੌਰ ਤੋਂ ਚੜ੍ਹ ਕੇ ਆਇਆ। ਅਬਦੁਲ ਖਾਨ ਸੂਬਾ ਜਲੰਧਰ ਤੋਂ ਚੜ੍ਹ ਕੇ ਆਇਆ। ਉਹ ਹਰਗੋਬਿੰਦ ਪਰੇ ਇਹ ਜਿਹੜਾ ਮੁਗਲ ਖਾਂ ਸੀ ਲਾਹੌਰੀਆ, ਇਹ ਬੇਈਮਾਨ ਅੰਮ੍ਰਿਤਸਰ ਤੇ ਚੜ੍ਹ ਕੇ ਆਇਆ। ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਜਿੱਤਾਂ ਪ੍ਰਾਪਤ ਕੀਤੀਆਂ। ਲੱਲਾ ਬੇਗ ਆਇਆ 35,000 ਫੌਜ ਲੈ ਕੇ ਸਾਧ ਸੰਗਤ ਜੀ ਮਾਲਵੇ ਦੇ ਅੰਦਰ ਉਹ ਮੌਤ ਦੇ ਘਾਟ ਉਤਾਰ ਕੇ ਰੱਖ ਦਿੱਤਾ। ਕਾਲੇ ਖਾਂ ਸੂਬਾ ਦੁਆਬੇ ਵਾਲੇ ਕਰਤਾਰਪੁਰ ਚੜ੍ਹ ਕੇ ਆਇਆ। ਨਾਲ ਹੀ ਅਕਿਰਤ ਘਣ ਜਿਹੜਾ ਪੈਂਦਾ ਸੀ, ਇਹ ਸਾਧ ਸੰਗਤ ਜੀ ਤੁਰਕਾਂ ਦਾ ਪੱਖੀ ਹੋਇਆ। ਮਾਰੇ ਹੱਥੀਂ ਸ਼ਹੀਦ ਕੀਤਾ। ਕਾਲੇ ਖਾਨ ਨੂੰ ਕਹਿੰਦਾ ਮੈਂ ਜਾਣਦਾ 6ਵੇਂ ਪਾਤਸ਼ਾਹ ਦੇ ਬਲ ਨੂੰ, ਮੈਂ ਜਾ ਕੇ ਸ਼ਹੀਦ ਕਰੂੰ 6ਵੇਂ ਪਾਤਸ਼ਾਹ ਨੂੰ। ਸਭ ਤੋਂ ਵੱਡੇ ਸਾਧਾਂ ਜੀ ਔਗਣ ਅਕਿਰਤ ਘਣਤਾ ਦੇ ਹਨ। ਕਾਮੀ ਕ੍ਰੋਧੀ ਸਾਰੇ ਬਖਸ਼ੇ ਜਾਣ, ਅਕਿਰਤ ਘਣ ਨਹੀਂ ਬਖਸ਼ਿਆ ਜਾਂਦਾ। ਕਦੇ ਅਕਿਰਤ ਭਣ ਨਾ ਬਣੋ। ਜੇ ਤੁਹਾਨੂੰ ਕੋਈ ਬਿਪਤਾ 'ਚ ਪਾਣੀ ਪਿਆ ਦੇਵੇ ਨਾ, ਸਾਰੀ ਜ਼ਿੰਦਗੀ ਭੁੱਲੋ ਨਾ ਵੀ ਇਹਨੇ ਮੈਨੂੰ ਪਾਣੀ ਪਿਆਇਆ ਸੀ। ਇਸੇ ਕਰਕੇ ਖਾਲਸਾ ਜੀ ਅਕਿਰਤ ਘਣ ਤਾਂ ਬਹੁਤ ਹੀ ਮਾੜਾ ਹੈ। ਕਿਸੇ ਦੇ ਕੀਤੇ ਪਰਵਕਾਰ ਨੂੰ ਗੁਰਸਿੱਖੋ ਕਦੇ ਵੀ ਭੁੱਲੋ ਨਾ। ਔਰ ਮਹਾਰਾਜ ਜੀ ਦੇ ਆਪਾਂ ਅਕਿਰਤ ਘਣ ਨਹੀਂ ਹੋਵਾਂਗੇ। ਮਹਾਰਾਜ ਨੇ ਕੀ ਕਿਹਾ ਮਾਤਾਵਾਂ ਨੂੰ? ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਪੁੱਤ ਸੁਰ ਸੁਤ ਚਾਰ ਮੂਏ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ। ਕੋਈ ਕਿਸੇ ਨੇ ਪੁੱਤਰ ਬਣਾਉਂਦਾ ਖਾਲਸਾ ਜੀ? ਕੀ ਆਪਾਂ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਿਆਂ ਵਰਗੇ ਹਾਂਗੇ? ਲੇਕਿਨ ਮਹਾਰਾਜ ਨੇ ਆਪਾਂ ਨੂੰ ਮਾਣ ਦਿੱਤਾ ਹੈ। 5ਵਾਂ ਖਾਲਸਾ ਗੁਰੂ ਕਾ ਪੁੱਤਰ ਹੈ। 4 ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ। ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਤਿਕਾਰ ਦਿੱਤਾ ਹੈ। ਇਸ ਕਰਕੇ ਆਪਣਾ ਫਰਜ਼ ਬਣਦਾ ਤਿਆਰ ਬਰ ਤਿਆਰ ਰਹਿਣਾ। ਖਾਲਸਾ ਜੀ ਅੰਮ੍ਰਿਤਧਾਰੀ ਹੋ ਕੇ ਧਰਮ ਦੀ ਕਿਰਤ ਕਰਨੀ। ਆਪਣੀ ਜ਼ਿੰਦਗੀ ਦੇ ਅੰਦਰ ਪਾਪਾਂ ਆਦਿ ਕਿਰਤ ਘਾਣਤਾ ਦੋਸ਼ਾਂ ਤੋਂ ਬਚ ਕੇ ਜ਼ਿੰਦਗੀ ਬਤੀਤ ਕਰਨੀ। ਫਿਰ ਜਾਵਾਂਗੇ ਕਿੱਥੇ? ਆ ਸਰੀਰ ਤਿਆਗਣਾ ਤਾਂ ਸਭ ਨੇ ਹੈ। ਕੋਈ ਰਿਹਾ ਸਿੱਖ ਜਾਤੀ ਜਗ ਨਾ ਕੋਈ ਥਿਰ ਰਿਹਾ। ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਆ ਜਿੱਥੇ ਆਪਾਂ ਬੈਠੇ ਆ ਇੱਥੇ ਪਹਿਲਾਂ ਕੋਈ ਨਹੀਂ ਬੈਠਿਆ। ਆਪਾਂ ਇੱਥੋਂ ਚਲੇ ਜਾਵਾਂਗੇ ਫਿਰ ਕੋਈ ਨਹੀਂ ਬੈਠੇਗਾ। ਇਹ ਸੰਸਕ੍ਰਿਤੀ ਸੰਸਾਰ ਆ। ਇਹ ਸੰਸਾਰ ਪ੍ਰਣਾਮ ਭਾਵ ਨੂੰ ਪ੍ਰਾਪਤ ਹੋਣ ਵਾਲਾ ਹੈ। ਸੋ ਸਾਧ ਸੰਗਤ ਜੀ ਮਹਾਰਾਜ ਕਿਰਪਾ ਕਰੇ। ਆਪਾਂ ਪੇਟ ਦੀ ਰੋਜੀ ਵਾਸਤੇ ਇੱਥੇ ਪ੍ਰਦੇਸ਼ਾਂ 'ਚ ਵਿਚਰਦੇ ਫਿਰਦੇ ਅੱਜ ਆਹ ਕਰੰਸੀ ਘਟ ਜੇ ਸਾਰੇ ਹੀ ਕਮਰ ਕਸਾ ਕਰਕੇ ਜਹਾਜ਼ ਦਾ ਟਿਕਟ ਨਹੀਂ ਲੱਭਣਾ। ਆਪਾਂ ਆਪਣੇ ਗੁਰੂ ਅੰਮ੍ਰਿਤਸਰ ਸਾਹਿਬ ਜਾ ਇਸ਼ਨਾਨ ਕਰਾਂਗੇ। ਲੇਕਿਨ ਰੋਜੀ ਵਾਸਤੇ ਇੱਥੇ ਆਏ ਹੋਏ ਹਾਂ। ਆਪਣਾ ਧਰਮ ਗਵਾਉਣ ਵਾਸਤੇ ਤਾਂ ਨਹੀਂ ਆਏ। ਇਸ ਕਰਕੇ ਗੁਰੂ ਕੀ ਸੰਗਤ ਭਾਈ ਐਸੇ ਤਰ੍ਹਾਂ ਜਿੱਥੇ ਜਿੱਥੇ ਹੋਵੇ ਸਜਦੀ ਰਹੇ ਔਰ ਆਪਣੀ ਗੁਰਸਿੱਖੀ ਖਾਲਸਾ ਜੀ ਹਰੀ ਭਰੀ ਰਹੇ। ਆ ਜਿਹੜੀ ਸੰਗਤ ਹੈ ਇਹ ਫੁਲਵਾੜੀ ਹੈ। ਫੁਲਵਾੜੀ ਦੇ ਵਿੱਚੋਂ ਕਦੇ ਦੁਰਗੰਧੀ ਆਈ ਹੈ? ਆ ਜਿਤਨੇ ਫੁੱਲ ਹਨ ਸਾਰਿਆਂ ਦੇ ਇੱਕੋ ਰੰਗ ਦੇ ਕੱਪੜੇ ਹੈ? ਕੀ ਫੁਲਵਾੜੀ ਵਿੱਚ ਇੱਕ ਰੰਗ ਦੇ ਫੁੱਲ ਹੁੰਦੇ ਆ? ਇਸੇ ਤਰ੍ਹਾਂ ਵਸਤਰਾਂ ਦੇ ਰੰਗ ਵੀ ਵੱਖਰੇ ਵੱਖਰੇ ਹੈ। ਮਨਾਂ ਦੇ ਵੀ ਸਤਸੰਗ ਜੀ ਵੱਖਰੇ ਵੱਖਰੇ ਸੰਕਲਪ ਨੇ ਆਪਣੇ। ਇਸ ਕਰਕੇ ਇਹ ਗੁਰੂ ਨਾਨਕ ਦੇਵ ਜੀ ਨੇ ਜਾਂ ਸਤਿਗੁਰ ਤਾਂ ਸਤ ਸੰਗਤ ਬਣਾਈ। ਆ ਜਿਹੜੀ ਸੰਗਤ ਹੈ ਇਹ ਕਿਹਨੇ ਤਿਆਰ ਕੀਤੀ ਹੈ ਭਾਈ? ਇਹ ਸਤਿਗੁਰ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੋਆ। ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਇਆ। ਗੁਰੂ ਨਾਨਕ ਦੇਵ ਜੀ ਕਲ ਦੇ ਅੰਦਰ ਪ੍ਰਗਟ ਹੋਏ। ਆ ਸੰਗਤਾਂ ਸਜਾ ਦਿੱਤੀਆਂ। ਪਹਿਲੇ ਯੁੱਗਾਂ 'ਚ ਵੱਡੇ ਵੱਡੇ ਰਿਖੀ ਮਨੀ ਹੋਏ ਤਪੱਸੀ ਲੋਕ, ਪਰ ਕਿਸੇ ਨੇ ਸੰਗਤ ਨਹੀਂ ਬਣਾਈ। ਕਿਸੇ ਨੇ ਗ੍ਰਸਤੀਆਂ ਤੇ ਤਰਸ ਨਹੀਂ ਕੀਤਾ। ਗੁਰੂ ਸਾਹਿਬ ਸੱਚੇ ਪਾਤਸ਼ਾਹ
ਘਰਬਾਰੀ ਹੋਏ ਵਰਤਿਆ, ਘਰਬਾਰੀ ਹੋਏ ਪੈਰੀਂ ਪਾਏ, ਘਰਬਾਰੀ ਬਣ ਕੇ ਵੀ ਦਿਖਾ ਦਿੱਤਾ, ਘਰਬਾਰੀ ਸਿੱਖਾਂ ਨੂੰ ਚਰਨੀ ਲਾ ਕੇ ਉਹਨਾਂ ਦੀ ਕਲਿਆਣ ਕਰ ਦਿੱਤੀ। ਇਹ ਵਿਸ਼ੇਸ਼ਤਾ ਹੀ ਆ ਭਾਈ ਆਪਣੇ ਘਰ ਦੇ ਅੰਦਰ। ਸਾਧ ਸੰਗਤ ਜੀ ਇੱਥੇ ਵਿਸਰਾਮ ਦਿੰਦਾ, ਭੁੱਲਾਂ ਚੁੱਕਾਂ ਮਾਫ ਕਰਨੀਆਂ। ਹੁਕਮ ਹੋਇਆ ਸੀ ਖਾਲਸੇ ਦਾ ਕਿ ਇੱਥੇ ਆਪਣਾ ਦੀਵਾਨ ਸਜਾਉਣਾ ਵਿਸ਼ੇਸ਼ ਕਰਕੇ, ਤਾਂ ਖਾਲਸਾ ਜੀ ਦਰਸ਼ਨਾਂ ਨੂੰ ਆਇਆ ਹਾਂ। ਮਹਾਰਾਜ ਕਿਰਪਾ ਕਰੇ ਆਪਾਂ ਸਾਰੇ ਬੇਨਤੀ ਕਰੀਏ, ਇਹ ਸੱਚੇ ਪਾਤਸ਼ਾਹ ਆ ਜਿਹੜਾ ਮਾਨਸੇ ਜੀ ਦਾ ਪਿੰਜਰਾ, ਇਹ ਜਿੰਨਾ ਚਿਰ ਇਹਦੇ 'ਚ ਬੈਠੇ ਹਾਂ ਇਹ ਧਰਮ ਦੇ ਦਾਇਰੇ 'ਚ ਜ਼ਿੰਦਗੀ ਲੰਘ ਜੇ, ਅਸੀਂ ਕਿਰਤ ਹੋਈਏ। ਇੱਥੇ ਵਿਸਰਾਮ ਹਾਂ ਪਰ ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰ ਉਪਕਾਰੀ। ਆਪ ਛੇਵੇਂ ਪਾਤਸ਼ਾਹ ਕੈਸੇ ਹਨ? ਪਰਉਪਕਾਰੀ ਹਨ। ਪਰਉਪਕਾਰ ਕਿਹਨੂੰ ਕਹਿੰਦੇ ਆ? ਪਰਾਏ ਦੇ ਉਪ ਨੇੜੇ ਹੋ ਕੇ ਉਹਦਾ ਕੰਮ ਕਰ ਦੇਣਾ ਬਿਨਾਂ ਮਤਲਬ ਤੋਂ। ਇੱਕ ਤਾਂ ਹੁੰਦਾ ਲੈ ਭਾਈ ਤੂੰ ਮੇਰਾ ਕਰਾ ਦੇ, ਮੈਂ ਤੇਰਾ ਕਰਾ ਦਿੰਦਾ। ਲਾਲਚ ਨੂੰ ਤਾਂ ਸਾਰੇ ਹੀ ਕਰਦੇ ਆ, ਲੇਕਿਨ ਆਪ ਨੂੰ ਲਾਲਚ ਕੋਈ ਨਾ ਹੋਣਾ। ਦਇਆ ਧਾਰ ਕੇ ਸਾਰਿਆਂ ਦੇ ਵਿਹਾਰ ਕਰਦੇ ਨੇ, ਉਹ ਪਰਉਪਕਾਰ ਹੈ। ਗੁਰੂ ਸਾਹਿਬ ਜੀ ਪਰਉਪਕਾਰੀ ਹਨ। ਪੁੱਛਣ ਸਿੱਖ ਅਰਦਾਸ ਕਰ। ਉਸ ਵੇਲੇ ਸਿੱਖਾਂ ਨੇ ਅਰਦਾਸ ਕਰਕੇ ਪੁੱਛਿਆ, ਭਾਈ ਜੇਠਾ ਪੁਰਾਣਾ ਲੰਗਾਹਾ ਵਿਧੀ ਚੰਦ ਆਦਿਕ ਇਹਨਾਂ ਨੇ ਬੇਨਤੀ ਕਰਕੇ ਛੇਵੇਂ ਪਾਤਸ਼ਾਹ ਨੂੰ ਪੁੱਛਿਆ। 6 ਮਹਿਲਾਂ ਤੱਕ ਦਰਸ ਨਿਹਾਰੀ। ਮਹਾਰਾਜ ਪੰਜ ਸਰੂਪ ਗੁਰਤਾ ਗੱਦੀ ਤੇ ਸੁਭਾਨ ਰਹੇ, ਛੇਵੇਂ ਤੁਸੀਂ ਹੋ, ਤੁਹਾਡੇ ਦਰਸ਼ਨ ਹੋ ਰਹੇ ਨੇ, ਥੋਤੋਂ ਬਾਅਦ ਵੀ ਕੋਈ ਬੈਠੂਗਾ। ਅਗਮ ਅਗੋਚਰ ਸਤਿਗੁਰੂ। ਜਿਨ੍ਹਾਂ ਦੀ ਗਮਤਾ ਜਿੱਥੇ ਆਪਣੇ ਮਨ ਦੀ ਗਮਤਾ ਪਹੁੰਚ ਨਹੀਂ ਸਕਦੇ, ਉਹ ਅਗਮ ਗੁਰੂ ਸਤਿਗੁਰੂ ਹਨ। ਉਸ ਵੇਲੇ ਬੋਲੇ ਮੁਖ ਤੇ ਸੁਣੋ ਸੰਸਾਰੀ। ਉਸ ਵੇਲੇ ਇਹ ਗ੍ਰਸਤੀ ਲੋਕੋ ਸੰਸਾਰੀਓ, ਮਹਾਰਾਜ ਬੋਲੇ ਤੁਹਾਨੂੰ ਦੱਸਦੇ ਆ ਸਾਤੋਂ ਬਾਅਦ ਕੀ ਵਰਤਾਰਾ ਵਰਤੇਗਾ। ਕਲਯੁਗ ਪੀੜੀ ਸੋਢੀਆਂ। ਕਲਯੁਗ ਦਾ ਸਮਾਂ ਹੈ, ਸੋਢ ਵੰਸ਼ ਦੇ ਅੰਦਰ ਇਹ ਪੀੜੀ ਗੁਰਤਾ ਗੱਦੀ ਦੀ ਚੱਲੇਗੀ। ਨਿਹਚਲ ਨੀਵ ਉਸਾਰ ਖਲਾਰੀ। ਇਹ ਜਿਹੜੀ ਨਿਉਆ ਨਿਹਚਲ ਅਚਲ ਹੈ ਨੂੰ ਉਹ ਖੇਡ ਨਹੀਂ ਸਕਦਾ ਕੋਈ। ਬੜੇ ਕਹਿੰਦੇ ਸੀ ਮੁਸਲਮਾਨ, ਕਹਿੰਦੇ ਸਿੱਖਾਂ ਨੂੰ ਖਤਮ ਕਰ ਦਿਓ, ਬਹੁਤ ਕੁਝ ਸੀ। ਇਹ ਜਿਹੜੀ ਉਹ ਸਾਰੀ ਹੋਈ ਹੈ ਨਾ ਗੁਰਤਾ ਗੱਦੀ ਦੀ ਨਿਉ, ਇਹ ਅਕਾਲ ਪੁਰਖ ਦੇ ਹੁਕਮ ਨਾਲ ਗੁਰੂ ਨਾਨਕ ਦੇਵ ਜੀ ਨੇ ਸਹੀ ਪ੍ਰਗਟ ਕੀਤੀ ਹੈ। ਇਹ ਕਦੇ ਖਿੰਡਦੀ ਖਤਮ ਨਹੀਂ ਹੁੰਦੀ ਹੈ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਇਹ ਗੁਰਸਿੱਖੋ ਯੁਗ ਦੋ ਨੂੰ ਕਹਿੰਦੇ ਆ, ਯੁਗ ਯੁਗ 4 ਅਵਤਾਰ ਹੋਰ ਧਾਰਾਂਗੇ ਮਹਾਰਾਜ ਕਹਿੰਦੇ। ਸਿੱਖਾਂ ਦੇ ਪੁੱਛਣ ਤੋਂ ਦੱਸਿਆ ਕਿ 4 ਸਰੂਪ ਹੋਣਗੇ, ਫੇਰ ਕੀ ਹੋ ਪੰਜ ਪ੍ਰਮਾਣ ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਸਿੱਧਾਂ ਨੂੰ ਵੀ ਸਤ ਸੰਗ ਜੀ ਦੱਸ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ। ਇਹ ਸਿੱਧੋ ਤੁਹਾਡੇ ਮਨ 'ਚ ਈਰਖਾ ਹੈ ਕਿ ਸਾਡਾ ਬੋਲਬਾਲਾ ਜੋਗੀਆਂ ਦਾ ਰਹੇ, ਲੇਕਿਨ ਭਾਰਤ ਵਰਸ਼ ਵਿੱਚ ਭਾਉ ਭਗਤੀ ਵਾਲੇ ਗੁਰੂ ਕੇ ਸਿੱਖ ਸਾਰੇ ਹਿੰਦੁਸਤਾਨ ਦੇ ਅੰਦਰ ਸਾਡੇ ਤਖਤ ਸਤ ਸੰਗਤ ਜੀ ਇਕੱਲੇ ਪੰਜਾਬ 'ਚ ਤਾਂ ਨਹੀਂ ਹਨ। ਦੱਖਣ ਵਿੱਚ ਸੱਚਖੰਡ ਹਜ਼ੂਰ ਸਾਹਿਬ ਹੈ, ਪੂਰਬ ਵਿੱਚ ਪਟਨਾ ਸਾਹਿਬ ਤਖਤ ਹੈ, ਉੱਤਰ ਵਿੱਚ ਅਕਾਲ ਤਖਤ ਹੈ ਸਤ ਸੰਗਤ ਜੀ, ਈਸਟ ਵਿੱਚ ਦੇਖ ਲਓ ਇੱਧਰ ਦੇ ਕੇਸਗੜ੍ਹ ਸਾਹਿਬ ਹੈ, ਮਾ ਖਾਲਸਾ ਸਤ ਸੰਜੀ ਪਾਤਸ਼ਾਹ ਦਾ ਮਾਲਕ ਹੈ। ਆਪਾਂ ਦੇਖੋ ਆਪਣਾ ਬੋਲ ਦੇਖੋ ਮੂੰਹੋਂ ਕੀ ਬੋਲਦੇ ਹੋ। ਜੇ ਆ ਨਿਹੰਗਾਂ ਸਿੰਘਾਂ ਦੀ ਸੰਪਰਦਾ 'ਚ ਜਾਈਏ, ਪਤਾ ਤੁਹਾਨੂੰ ਕਿਵੇਂ ਬੁਲਾਉਂਦੇ ਆ? ਆਓ ਪਾਤਸ਼ਾਹੋ, ਫੌਜਾਂ ਤਿਆਰ ਬਰ ਤਿਆਰ ਨੇ। ਤੁਹਾਨੂੰ ਪਾਤਸ਼ਾਹੀ ਤਾਂ ਧੁਰ ਦਰਗਾਹ ਤੋਂ ਮਿਲੀ ਹੋਈ ਹੈ ਖਾਲਸਾ ਜੀ। ਜੇ ਸਾਧੂਆਂ 'ਚ ਜਾਓ ਨਿਰਮਲਿਆਂ 'ਚ, ਉਹ ਕਹਿਣਗੇ ਆਓ ਮਹਾਰਾਜ ਜੀ, ਦਰਸ਼ਨ ਦੇ ਕੇ ਨਿਹਾਲ ਕਰ ਦਿੱਤੇ। ਮਹਾਰਾਜ ਵੀ ਪਾਤਸ਼ਾਹ ਦਾ ਨਾਮ ਹੈ। ਤੁਹਾਨੂੰ ਭਾਈ ਪਾਤਸ਼ਾਹੀ ਤਾਂ ਧੁਰ ਦਰਗਾਹ ਤੋਂ ਮਿਲੀ ਹੋਈ ਹੈ ਗੁਰਸਿੱਖੋ। ਇਹ ਜਿਹੜੀ ਪਾਤਸ਼ਾਹੀ ਹੈ ਇਹ ਕੋਈ ਖੋ ਨਹੀਂ ਸਕਦਾ ਇਸ ਨੂੰ। ਗੁਰਮੁਖ ਪੰਥ ਤੀਤੰ, ਇਹ ਗੁਰਮੁਖਾਂ ਦਾ ਪੰਥ ਹੈ ਖਾਲਸਾ ਜੀ। ਹਰ ਸੱਚੇ ਤਖਤ ਰਚਾਇਆ, ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ। ਗੁਰ ਸਿਮਰ ਮਨਾਈ ਕਾਲਕਾ, ਖੰਡੇ ਕੀ ਵੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰਬਾਣੀ ਤਿੰਨਾ ਭਾਈਆ ਜਿਨ੍ਹਾਂ ਮਸਤਕ ਭਾਗ, ਮਨਮੁਖ ਛੁੱਟੜ ਕਾਮਣੀ, ਗੁਰਮੁਖ ਸੁਹਾਗ। ਗੁਰਮੁਖ ਉਜਲ ਹੰਸ ਹੈ, ਮਨਮੁਖ ਹੈ ਕਾਗ, ਮਨਮੁਖ ਜੋਨ ਭਵਾਈਆਂ, ਗੁਰਮੁਖ ਹਰ ਮੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਆਪ ਹੀ ਗੁਰੂ ਸਰੂਪ ਹੈ, ਆਪ ਹੀ ਚੇਲਾ। ਕੋਈ ਵੀ ਆਪਣੇ ਚੇਲਿਆਂ ਤੋਂ ਅੰਮ੍ਰਿਤ ਛਕਦਾ ਦੇਖਿਆ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੱਥ ਜੋੜ ਕੇ ਪੰਜਾਂ ਪਿਆਰਿਆਂ ਦੇ ਮੂਹਰੇ ਖੜੇ, ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਦੇ ਦਿਓ। ਇਹੋ ਜਿਹਾ ਗੁਰੂ ਦੁਨੀਆ ਦੇ ਵਿੱਚ ਕਦੇ ਦੇਖਿਆ ਖਾਲਸਾ ਜੀ? ਤਿੰਨਾਂ ਕਾਲਾਂ ਦੇ ਅੰਦਰ ਇਹ ਆਪਣੇ ਘਰ ਵਿੱਚ ਇੰਨੀ ਨਿਰਮਾਣਤਾ ਹੈ, ਕਦੇ ਵੀ ਮਨ ਵਿੱਚ ਹਉਮੈ ਹੰਕਾਰ ਨੂੰ ਅੰਦਰ ਨਾ ਆਉਣ ਦਿਓ। ਜਿਹਾ ਜਿਹਾ ਕਿਸੇ 'ਚ ਭੂਤ ਵੜ ਗਿਆ, ਜਿਹੇ ਜੀ ਹਉਮੈ ਹੰਕਾਰ ਵੜ ਗਿਆ, ਇਸ ਨੂੰ ਕਦੇ ਕੱਢ ਕੇ ਰੱਖੋ। ਫਿਰ ਆਪਾਂ ਇੱਕੋ ਹੀ ਇੱਕ ਹਾਂ। ਆਪਾਂ ਤਾਂ ਨਿੰਦਿਆ ਨੇ ਪੱਟ ਸਿੱਟੇ, ਆਪਾਂ ਇੱਕ ਆਪ ਹੀ ਫੁੱਟ ਦੇ ਸਾਧ ਸੰਗਤ ਜੀ। ਮੈਂ ਟਕਸਾਲੀਆਂ ਹਾਂ ਜੀ, ਮੈਂ ਨਕਰੇਰਾਂ ਵਾਲਾ ਜੀ, ਮੈਂ ਜੀ ਫਲਾਣਾ ਧਮਕੜਾ, ਅਸੀਂ ਜੀ ਮਸ਼ੀਨਰੀ ਵਾਲੇ ਹੁੰਦੇ ਆ। ਇਹੋ ਜਿਹਾ ਛੋਟੀਆਂ ਵੱਟਾਂ ਪਾ ਕੇ ਅਸੀਂ ਆਪਣੇ ਆਪ ਨੂੰ ਤਬਾਹ ਕਰ ਰਹੇ ਹਾਂ। ਖਾਲਸਾ ਜੀ ਹੋਏ ਇਕੱਤਰ ਮਿਲੋ ਮੇਰੇ ਭਾਈ, ਦੋਧਾ ਦੂਰ ਕਰੋ ਲਿਵਲਾਏ, ਹਰਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇਸ ਢੰਗ ਨਾਲ ਆਪਾਂ ਸਤ ਸੰਗਤ ਜੀ ਜ਼ਿੰਦਗੀ ਬਤੀਤ ਕਰਾਂਗੇ। ਆਪ ਵੀ ਸ਼ਾਂਤੀ ਔਰ ਸਾਰਿਆਂ ਨੂੰ ਸਤ ਸੰਗਤ ਜੀ ਸ਼ਾਂਤੀ ਦੇਣ ਦਾ ਪੁੰਨ ਵੀ ਆਪਾਂ ਨੂੰ ਪ੍ਰਾਪਤ ਹੋਵੇਗਾ। ਭੁੱਲਾਂ ਚੁੱਕਾਂ ਸਤ ਸੰਗਤ ਜੀ ਮਾਫ ਕਰਨੀਆਂ। ਐਡਾ ਵੱਡਾ ਖਜ਼ਾਨਾ ਹੈ, ਆਪਣੀ ਜ਼ਿੰਦਗੀ ਖਤਮ ਹੋ ਜਾਵੇਗੀ, ਇਸ ਖਜ਼ਾਨਾ ਮੁੱਕ ਜੂ। ਆਪਣੇ ਬਜ਼ੁਰਗਾਂ ਨੇ ਇਹ ਗੁਰਬਾਣੀ ਦੇ ਆਸਰੇ ਜੀਵਨ ਬਤੀਤ ਕੀਤਾ, ਅੱਜ ਆਪਣੀ ਵਾਰੀ ਆਈ। ਆਪਾਂ ਗਾਹਾਂ ਲੰਘ ਜਾਵਾਂਗੇ ਕਿ ਇਹ ਮਹਾਰਾਜ ਦੇ ਚਰਨਾਂ 'ਚ ਹੋਰ ਨਹੀਂ ਹੋਣਗੇ। ਉਹ ਵੀ ਇਹ ਕਿਹਦਾ ਪਰਉਪਕਾਰ ਹੈ? ਇਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਰ। ਧੰਨ ਕਹੋ ਗੁਰੂ ਅਰਜਨ ਕੋ, ਜੇ ਨਾਮ ਕੋ ਖੋਲ ਦਿਖਾਇਓ ਖਜ਼ਾਨਾ। ਰਾਗ ਹੀ ਰਾਗ ਮੈਂ ਸ਼ਬਦ ਬਨਾਇਕ, ਗ੍ਰੰਥ ਕੀਆ ਹੈ ਸਮੇਰ ਸਮਾਨਾ। ਦੇਖ ਸਮੇਰ ਤੇ ਹੇਮ ਨਾ ਲੇਵਤ, ਧਾਵਤ ਪਖ ਤੋ ਗਿਆਨਾ। ਜੇ ਮਨ ਤੂੰ ਭੁੱਲਿਆ ਹੋਇਆ, ਜੇ ਮਨ ਮੂਲ ਭੰਗ ਹੋ ਕੇ ਖਾਏ ਕੇ ਭੰਗ ਭਇਆ ਮਸਤਾਨਾ। ਕਿਉਂ ਤੂੰ ਮਸਤ ਹੋਇਆ ਫਿਰਦਾ ਹੈ? ਗੁਰੂ ਕੀ ਸਿੱਖੀ ਧਾਰ ਕੇ ਆਪਣਾ ਜਨਮ ਸਫਲਾ ਕਰ ਲੈ। ਇੱਥੇ ਵਿਸਰਾਮ ਦਿੰਦਾ ਖਾਲਸਾ ਜੀ। ਸਤਿਗੁਰੂ ਜੀ ਕਿਰਪਾ ਕਰਨ। ਇਹ ਕੁੱਟ ਖਜ਼ਾਨਾ ਗੁਰੂ ਅਰਜਨ ਦੇਵ ਸਿੰਘ। ਤਰਨ ਗਗਨ ਨਭ ਖੰਡ ਮੈਂ, ਜੋਤ ਸਰੂਪੀ ਰਹਿਓ ਪਰ, ਭਨ ਮਥੁਰਾ ਕਛ ਭੇਦ ਨਹੀਂ। ਗੁਰੂ ਅਰਜਨ ਪ੍ਰਤੱਖ ਹਰ ਅਕਾਲ ਪੁਰਖ ਦਾ ਸਰੂਪ ਸੱਚੇ ਪਾਤਸ਼ਾਹ ਹਨ। ਆਪਾਂ ਨੂੰ ਸਾਰੇ ਦੇਵੀ ਦੇਵਤੇ ਕੋਈ ਵੀ ਅਵਤਾਰ ਆਪਣੇ ਮਗਰ ਲਾਉਂਦੇ ਹੈ। ਰਾਮਚੰਦਰ ਕਹਿੰਦਾ ਮੇਰੀ ਸੀਤਾ ਦਾ ਨਾਮ ਜਪਿਓ, ਸੀਤਾ ਰਾਮ ਸੀਤਾ ਰਾਮ। ਕ੍ਰਿਸ਼ਨ ਕਹਿੰਦਾ ਮੇਰੀ ਰਾਧਿਕਾ ਨੂੰ ਨਾ ਭੁੱਲ ਜਿਓ, ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ। ਆਪਾਂ ਕਦੇ ਮਾਤਾਵਾਂ ਦਾ ਨਾਮ ਲਿਆ? ਮਹਾਰਾਜ ਨੇ ਅਕਾਲ ਪੁਰਖ ਦਾ ਨਾਮ ਜਪਾਇਆ, ਵਾਹਿਗੁਰੂ ਵਾਹਿਗੁਰੂ। ਕਿੱਡੀ ਵੱਡੀ ਵਿਸ਼ੇਸ਼ਤਾ ਆਈ ਹੈ। ਇਸ ਕਰਕੇ ਗੁਰਸਿੱਖੋ, ਇਸ ਘਰ ਦੀ ਮਹਿਮਾ ਕਹੀ ਨਹੀਂ ਜਾਂਦੀ। ਜੋ ਵਡਿਆਈ ਮਹਿਮਾ ਕਰੇਗਾ ਉਹ ਆਪਣਾ ਜਨਮ ਸਫਲਾ ਕਰ ਲਵੇਗਾ। ਇੱਥੇ ਵਿਸਰਾਮ ਦਿੰਦਾ ਹਾਂ। ਕਲ ਯੁਗ ਪੀੜੀ ਸੋਢੀਆਂ, ਨਿਹਚਲ ਨੀਵ ਉਸਾਰ ਖਲਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਭਾਈ ਖਾਨੀ, ਟਾਈਮ ਉੱਚਾ ਬਹੁਤਾ ਹੀ ਹੋ ਗਿਆ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਜੋ ਕਿ ਸੰਤ ਗਿਆਨੀ ਗੁਰਬਖਸ਼